ਰਹਿਮਤਾਂ ਦੇ ਘਰ ਦਇਆ ਦੇ ਖਜ਼ਾਨੇ। ਪੁਰਖ ਭਗਵੰਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਪਾਕ ਚਰਨਾਂ ਵਿੱਚ ਜੁੜ ਬੈਠ ਕੇ ਆਪ ਜੀ ਹਫ਼ਤਾਵਰੀ ਦੀਵਾਨਾਂ ਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਸਭ ਤੋਂ ਪਹਿਲਾਂ ਆਗੇ ਆਵਤ ਸਿੰਘ ਜੋ ਭਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਦੇ ਮਹਾਵਾਕ ਅਨੁਸਾਰ ਗੁਰੂ ਫਤਿਹ ਨਾਲ ਆਪਣੀ ਸਾਂਝ ਪਾ ਕੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਹੜੇ ਨਕਸ਼ੇ ਕਦਮਾਂ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਕਸ਼ੇ ਕਦਮਾਂ ਉੱਤੇ ਆਪ ਤੁਰੇ ਔਰ ਜਿਹੜੀਆਂ ਪਿਛਲੇ ਜੀਵਨ ਦੇ ਵਿੱਚ ਆਪਣੀਆਂ ਪੈੜਾਂ ਛੱਡ ਗਏ, ਉਸੇ ਨਕਸ਼ੇ ਉੱਤੇ ਤੁਰਦਿਆਂ ਤੁਰਦਿਆਂ ਉਹਨਾਂ ਦੇ ਜੀਵਨ ਦੀਆਂ ਕੁਝ ਬਾਤਾਂ, ਕੁਝ ਕਥਾ ਕਹਾਣੀਆਂ, ਜੀਵਨ ਦੀਆਂ ਘਟਨਾਵਾਂ, ਉਹਨਾਂ ਦੇ ਨਾਲ ਅਸੀਂ ਸਾਂਝ ਪਾਉਣੀ ਹੈ। ਬਾਪੂ ਦੀ ਚਰਨ ਸ਼ਰਨ ਵਿੱਚ ਜੁੜੋ, ਮਨੋ ਬਿਰਤੀਆਂ ਇਕਾਗਰ ਚਿਤ ਕਰੋ, ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਮਹਾਨ ਵਿਦਵਾਨ, ਮਹਾਨ ਢਾਡੀ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਨੇ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਉੱਤੇ ਇੱਕ ਬੁੱਕਸ ਲਿਖੀ ਹੈ, ਤੇ ਜਦੋਂ ਉਹ ਆਰੰਭ ਕਰਦੇ ਨੇ ਉਸ ਬੁੱਕਸ ਦਾ, ਤੇ ਇੱਕ ਸ਼ਬਦ ਬੜਾ ਸੋਹਣਾ ਲਿਖਿਆ ਉਹਨਾਂ ਨੇ, 1.5 ਲਾਈਨ ਹੈ ਉਸ ਸ਼ਬਦ ਦੀ, ਜੇ ਇਹਨੂੰ ਅਣਗੌਲਿਆਂ ਕਰਕੇ ਗਾਂਹ ਲੰਘ ਜਾਓ ਤੇ ਮੈਂ ਸਮਝਦਾ ਗੱਲ ਨਹੀਂ ਬਣਦੀ। ਉਹਨਾਂ ਦੀ ਲਾਈਨ ਦੇ ਵਿੱਚ ਗੱਲ ਬੜੀ ਪਿਆਰੀ, ਉਹ ਕਹਿੰਦੇ ਦੁਨੀਆ ਦੀਆਂ ਵੱਡੀਆਂ ਸ਼ਖਸੀਅਤਾਂ ਗਰੀਬ ਘਰਾਣਿਆਂ ਵਿੱਚ ਪੈਦਾ ਹੋਈਆਂ ਨੇ। ਜਦੋਂ ਇਸ ਗੱਲ ਦੀ ਤਰਜਮਾਨੀ ਕਰੀਏ ਤੇ ਪੁਰਾਣੇ ਇਤਿਹਾਸ ਨੂੰ ਲੈ ਲਓ, ਉਦੋਂ ਤੋਂ ਲੈ ਕੇ ਅੱਜ ਤੱਕ ਵੇਖ ਲਓ, ਤਕਰੀਬਨ ਗਰੀਬ ਘਰਾਣਿਆਂ ਵਿੱਚੋਂ, ਬਸਤੀਆਂ ਵਿੱਚੋਂ, ਆਮ ਘਰਾਂ ਵਿੱਚੋਂ ਉੱਠੀਆਂ ਮਹਾਨ ਸ਼ਖਸੀਅਤਾਂ ਦੇ ਤੁਹਾਨੂੰ ਦਰਸ਼ਨ ਹੋਣਗੇ, ਜਿਹੜੇ ਬਹੁਤ ਵੱਡੇ ਸਾਇੰਸਦਾਨ ਬਣੇ, ਵਿਦਵਾਨ ਬਣੇ, ਜਰਨੈਲ ਬਣੇ, ਨੇਤਾ ਬਣੇ, ਔਰ ਜਿਨ੍ਹਾਂ ਨੇ ਆਪਣੀਆਂ ਪੈੜਾਂ ਇਸ ਯੋਗ ਛੱਡ ਦਿੱਤੀਆਂ ਕਿ ਦੁਨੀਆ ਦੇ ਲੋਕ ਉਹਨਾਂ ਦੀਆਂ ਸਿੱਖਿਆਵਾਂ ਉੱਤੇ ਤੁਰ ਕੇ ਅੱਜ ਅਰਬਾਂਪਤੀ ਹੋ ਗਏ। ਔਰ ਇਹ ਬਿਲਕੁਲ ਸੱਚ ਹੈ। ਫਿਰ ਇੱਕ ਹੋਰ ਗੱਲ ਮੈਨੂੰ ਬੜੀ ਪਿਆਰੀ ਲੱਗੀ, ਅਮਰੀਕਾ ਦਾ ਹੀ ਇੱਕ ਡਾਕਟਰ ਹੈ, ਉਹਨੇ ਆਪਣੀ ਇੱਕ ਬੁੱਕਸ ਲਿਖੀ, ਤੇ ਬੁੱਕਸ ਦੇ ਵਿੱਚ ਉਹਨੇ ਗੱਲ ਲਿਖੀ, ਉਹ ਕਹਿੰਦਾ ਹੈ, ਐ ਸਿੱਖੋ, ਤੁਸੀਂ ਇਹ ਗੱਲ ਬਿਲਕੁਲ ਸੋਚਣਾ ਛੱਡ ਦਿਓ ਕਿ ਸਿੱਖ ਕੌਮ ਦੁਨੀਆ ਦੀ ਸਭ ਤੋਂ ਵਧੀਆ ਕੌਮ ਹੈ। ਉਹ ਕਹਿੰਦੇ ਸਗੋਂ ਇਹ ਸੋਚਣਾ ਸ਼ੁਰੂ ਕਰ ਦਿਓ ਕਿ ਸਿੱਖ ਧਰਮ ਇੱਕ ਨਵੇਂ ਜ਼ਮਾਨੇ ਦਾ ਧਰਮ ਹੈ, ਤੇ ਸਿੱਖ ਧਰਮ ਤੋਂ ਇਲਾਵਾ ਕੋਈ ਧਰਮ ਹੀ ਐਸਾ ਨਹੀਂ ਜਿਹੜਾ ਸਮੁੱਚੇ ਤੌਰ ਤੇ ਸਾਰੇ ਸੰਸਾਰ ਦੀ ਅਗਵਾਈ ਕਰ ਸਕਦਾ ਹੋਵੇ। ਇਹ ਦੋਨਾਂ ਗੱਲਾਂ ਨੂੰ ਸਾਹਮਣੇ ਰੱਖ ਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਅਸੀਂ ਵਾਚਦੇ ਹਾਂ, ਫਿਰ ਭਾਈ ਗੁਰਦਾਸ ਸਾਹਿਬ ਦੀ ਆਹ ਪੰਕਤੀ ਸਾਹਮਣੇ ਆ ਜਾਂਦੀ ਹੈ, ਗੁਰਮੁਖ ਪਰ ਉਪਕਾਰੀ ਵਿਰਲਾ ਆਇਆ। ਇੱਕ ਸ਼ਬਦ ਮੈਂ ਚੱਕਣਾ ਇਹਦੇ ਵਿੱਚੋਂ, ਗੁਰਮੁਖ ਸ਼ਬਦ ਨੂੰ ਅਸੀਂ ਤਕਰੀਬਨ ਮਿਸਯੂਜ਼ ਕੀਤਾ ਹੈ। ਮੈਨੂੰ ਯਾਦ ਹੈ ਇੱਕ ਰਾਗੀ ਸਿੰਘ ਸਿੱਖ ਕੌਮ ਦਾ, ਬਹੁਤ ਫਿਲਾਸਫਰ, ਉਹਨਾਂ ਦੇ ਨਾਮ ਲੈਣ ਤੋਂ ਬਿਨਾਂ ਹੀ ਮੈਂ ਉਹਨਾਂ ਦੀ ਗੱਲ ਘਟਨਾ ਦੱਸਣ ਲੱਗਾ। ਉਹ ਕਹਿੰਦੇ ਕਿਸੇ ਜਗ੍ਹਾ ਤੇ ਮੈਨੂੰ ਕੀਰਤਨ ਕਰਨ ਵਾਸਤੇ ਬੁਲਾਇਆ ਗਿਆ, ਤੇ ਜਿਹਦੇ ਵਾਸਤੇ ਬੁਲਾਇਆ ਗਿਆ ਸੀ ਉਹ ਕੋਈ ਬੰਦਾ ਮਰ ਗਿਆ ਸੀ, ਖਤਮ ਹੋ ਗਿਆ ਸੀ। ਤੇ ਜਦੋਂ ਮੈਨੂੰ ਪਤਾ ਲੱਗਾ ਵੀ ਉਹ ਤਾਂ ਸ਼ਰਾਬ ਪੀ ਕੇ ਮਰਿਆ, ਨਸ਼ਾ ਕਰਕੇ ਮਰਿਆ, ਤੇ ਸਾਰੀ ਰਾਤ ਕਿਤੇ ਉਹ ਵਿਚਾਰਾ ਪਿਆ ਰਿਹਾ, ਨਾਲੀ ਦੇ ਵਿੱਚ ਪਿਆ ਰਿਹਾ, ਮੂੰਹ ਕੁੱਤੇ ਚੱਟਦੇ ਰਹੇ। ਤੇ ਜਦੋਂ ਉਹਦਾ ਭੋਗ ਪਾਇਆ ਤੇ ਜਿਹੜੇ ਕੀਰਤਨ ਕਰਨ ਵਾਲੇ ਸਨ, ਉਹਨਾਂ ਨੇ ਗੁਰਮੁਖ ਦੇ ਨਾਲ ਉਹਨੂੰ ਉਪਾਧੀ ਦਿੱਤੀ ਵੀ ਭਾਈ ਸਾਹਿਬ ਬੜੇ ਗੁਰਮੁਖ ਸੀ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਬੜੀ ਸਾਦੀ ਤੇ ਗੁਰਮੁਖਤਾਈ ਦੇ ਵਿੱਚ ਬਤੀਤ ਕੀਤੀ। ਜਦੋਂ ਮੈਂ ਇਹ ਸ਼ਬਦ ਵੇਖਦਾ ਤੇ ਆਮ ਕਰਕੇ, ਕਿਉਂਕਿ ਅਸੀਂ ਆਮ ਬੰਦੇ ਨੂੰ ਕਹਿ ਦਿੰਦੇ ਹਾਂ ਗੁਰਮੁਖਾ, ਗੁਰਮੁਖ ਪਿਆਰਿਆ, ਇਹ ਸ਼ਬਦ ਵਰਤੇ ਜਾਂਦੇ ਨੇ, ਪਰ ਗੁਰਮੁਖ ਦੀ ਡੈਫੀਨੇਸ਼ਨ ਵੇਖਣੀ ਹੋਵੇ ਤੇ ਸਿੱਖ ਇਤਿਹਾਸ ਨੂੰ ਫਰੋਲੋ, ਤੁਹਾਨੂੰ ਪਤਾ ਲੱਗੇਗਾ ਗੁਰਮੁਖ ਕਿਹਨੂੰ ਕਹਿੰਦੇ ਨੇ। ਗੁਰਮੁਖ, ਗੁਰੂ ਪਲੱਸ ਮੁਖ, ਦੋ ਸ਼ਬਦ ਅਲੱਗ-ਅਲੱਗ ਕਰ ਲਓ। ਜਿਸ ਬੰਦੇ ਦਾ ਮੂੰਹ ਆਪਣੇ ਗੁਰੂ ਵੱਲ ਹੋ ਗਿਆ ਉਹਨੂੰ ਕਹਿੰਦੇ ਨੇ ਗੁਰਮੁਖ। ਜਿਹੜੇ ਬੰਦੇ ਨੇ ਆਪਣਾ ਮੂੰਹ ਗੁਰੂ ਵੱਲ ਕਰ ਲਿਆ, ਜਿਹੜੇ ਬੰਦੇ ਦੀ ਜੀਵਨ ਧਾਰਾ ਗੁਰੂ ਮੁਤਾਬਕ ਹੋ ਗਈ, ਇਦਾਂ ਸੁਣ ਲਓ ਵੀ ਜਿਹੜੇ ਬੰਦੇ ਦਾ ਉੱਠਣਾ, ਬੈਠਣਾ, ਖਾਣਾ, ਪੀਣਾ, ਸੌਣਾ, ਸੋਚਣਾ, ਬੋਲਣਾ
ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹਦਾ ਗੁਰੂ ਦੇ ਮੁਤਾਬਕ ਤੁਰਿਆ ਉਹਨੂੰ ਕਹਿੰਦੇ ਨੇ ਗੁਰਮੁਖ। ਜਿਹੜਾ ਬੰਦਾ ਇੱਕ ਕਦਮ ਵੀ ਆਪਣੇ ਗੁਰੂ ਮੁਤਾਬਕ ਨਾ ਤੁਰੇ ਉਹਨੂੰ ਕਹਿੰਦੇ ਨੇ ਗੁਰਮੁਖ। ਜਿਹੜੇ ਇਨਸਾਨ ਦਾ ਜੀਵਨ ਦਾ ਇੱਕ ਇੱਕ ਪਲ ਗੁਰੂ ਦੇ ਸਾਂਚੇ ਵਿੱਚ ਢਲੇ ਉਹਨੂੰ ਕਹਿੰਦੇ ਨੇ ਗੁਰਮੁਖ। ਚਰਖੜੀਆਂ ਤੇ ਚੜਨ ਵਾਲੇ ਗੁਰਮੁਖ ਸੀ, ਜਿਨ੍ਹਾਂ ਦਾ ਮੂੰਹ ਆਪਣੇ ਬਾਪੂ ਵੱਲ ਹੈ। ਦੇਖੋ ਵਿਦਵਾਨ ਕਹਿੰਦੇ ਨੇ ਚਰਖੜੀ ਤੇ ਚੜ੍ਹਨ ਤੋਂ ਪਹਿਲਾਂ ਸ਼ਾਹਬਾਜ਼ ਸਿੰਘ ਤੇ ਉਹਨਾਂ ਦੇ ਪੁੱਤਰ ਨੂੰ, ਉਹਨਾਂ ਦੇ ਪਿਤਾ ਨੂੰ ਪੁੱਛਿਆ ਗਿਆ, ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਪਿਓ ਪੁੱਤਰ ਸਨ, ਦੋਨਾਂ ਨੂੰ ਪੁੱਛਿਆ ਗਿਆ ਵੀ ਕੀ ਮਨਜ਼ੂਰ ਹੈ, ਦੀਨੇ ਇਸਲਾਮ ਮਨਜ਼ੂਰ ਹੈ ਜਾਂ ਚਰਖੜੀ? ਤੇ ਚਰਖੜੀ ਦੇ ਤਿੱਖੇ ਦੰਦੇ ਸਨ, ਉਹ ਵੇਖ ਕੇ ਹੱਸ ਕੇ ਕਹਿਣ ਲੱਗੇ ਚਰਖੜੀ ਮਨਜ਼ੂਰ ਹੈ। ਉਹ ਕਹਿੰਦੇ ਕਿਉਂ? ਉਹ ਕਹਿੰਦੇ ਦੀਨੇ ਇਸਲਾਮ ਤਾਂ ਅਸੀਂ ਪਹਿਲੇ ਧਾਰਨ ਕੀਤਾ ਹੈ। ਇਸਲਾਮ ਦਾ ਮਤਲਬ ਕੋਈ ਧਰਮ ਥੋੜੀ ਹੈ। ਇਸਲਾਮ ਸਿਖਾਉਂਦਾ ਕੀ ਹੈ? ਮੁਸਲਮਾਨ ਮੋਮ ਦਿਲ ਹੋਵੇ। ਉਹ ਤਾਂ ਸਿੱਖ ਦੇ ਵਿੱਚ ਪਹਿਲਾਂ ਹੀ ਹੈ, ਸਿੱਖ ਮੋਮ ਦਿਲ ਵਾਲਾ ਹੈ, ਸਿੱਖ ਸਭਨਾਂ ਨੂੰ ਪਿਆਰ ਕਰਨ ਵਾਲਾ ਹੈ। ਕਿਸੇ ਧਰਮ ਦੇ ਨਾਮ ਉੱਤੇ, ਕਿਸੇ ਜਾਤੀ ਪਾਤੀ ਦੇ ਨਾਮ ਉੱਤੇ ਕਿਸੇ ਨਾਲ ਵੈਰ ਕਰਨਾ, ਵਿਰੋਧ ਕਰਨਾ, ਕਿਸੇ ਨੂੰ ਮਾਰਨਾ, ਇਹ ਤਾਂ ਸਾਡੇ ਬਾਪੂ ਨੇ ਸਿਖਾਇਆ ਨਹੀਂ। ਤੇ ਦੁਨੀਆ ਦਾ ਸਭ ਤੋਂ ਵਧੀਆ ਧਰਮ ਅਸੀਂ ਧਾਰਨ ਕੀਤਾ ਹੈ, ਉਹਦੇ ਵਿੱਚ ਸਾਰੇ ਹੀ ਆ ਗਏ, ਸਾਰੇ ਇਕੱਠੇ ਹੋ ਗਏ। ਜਿੱਦਾਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਇੱਕ ਪੰਕਤੀ ਹੁੰਦੀ, ਸੁਣਿਆ ਸਿੱਧ ਪੀਰ ਸੁਰ ਨਾਥ, ਸੁਣਿਆ ਧਰਤ ਧਵਲ ਆਕਾਸ਼। ਜਦੋਂ ਪੂਰੀ ਪੜ੍ਹੀ ਦੀ ਹੈ ਤੇ ਬਾਪੂ ਜੀ ਕਹਿੰਦੇ ਨੇ ਜੇ ਤੁਸੀਂ ਨਾਮ ਵਿੱਚ ਆਪਣਾ ਚਿੱਤ ਜੋੜ ਲਓ ਤੇ ਦੁਨੀਆ ਦੇ ਸਭ ਤੋਂ ਵੱਡੇ ਸਿੱਧ ਤੁਸੀਂ, ਦੁਨੀਆ ਦੇ ਸਭ ਤੋਂ ਵੱਡੇ ਪੀਰ ਤੁਸੀਂ, ਦੁਨੀਆ ਦੇ ਸਭ ਤੋਂ ਵੱਡੇ ਜੋਗੀ ਤੁਸੀਂ। ਸੁਣਿਆ 68 ਕਾ ਇਸ਼ਨਾਨ ਵੀ ਲਿਖਿਆ, ਜੇ ਕਰ ਨਾਮ ਵਿੱਚ ਚਿੱਤ ਜੋੜ ਲਿਆ ਜਾਵੇ ਤੇ ਬਾਪੂ ਜੀ ਕਹਿੰਦੇ ਕਿਸੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਵਾਹਿਗੁਰੂ ਦੇ ਨਾਮ ਵਿੱਚ ਚਿੱਤ ਜੋੜਨ ਦੇ ਨਾਲ ਹੀ ਸਮਝ ਲਓ 68 ਤੀਰਥ ਤੁਹਾਡੇ ਚਰਨਾਂ ਵਿੱਚ ਆ ਕੇ ਵਸ ਗਏ। ਸਿੰਪਲ ਇਹਦਾ ਅਰਥ ਹੈ ਗੁਰਮੁਖ ਕਿਹਨੂੰ ਆਖਿਆ ਗਿਆ? ਕਹਿੰਦੇ ਸਾਨੂੰ ਚਰਖੜੀ ਪਿਆਰੀ ਹੈ, ਅਸੀਂ ਚਰਖੜੀ ਤੇ ਚੜਨਾ ਤਾਂ ਕਬੂਲ ਕਰਾਂਗੇ, ਪਰ ਬਾਪੂ ਵੱਲੋਂ ਆਪਣਾ ਮੂੰਹ ਨਹੀਂ ਅਸੀਂ ਮੋੜ ਸਕਦੇ। ਭਾਈ ਮਤੀ ਦਾਸ ਨੂੰ ਆਖਿਆ ਗਿਆ ਕੀ ਚਾਹੁੰਦਾ ਹੈ, ਆਰਾ ਪਿਆਰਾ ਲੱਗਦਾ ਹੈ ਕਿ ਜਾਂ ਦੀਨੇ ਇਸਲਾਮ? ਉਹ ਕਹਿੰਦੇ ਆਰਾ ਪਿਆਰਾ ਲੱਗਦਾ ਹੈ। ਆਰੇ ਵਿੱਚ ਜੂੜ ਦਿੱਤਾ ਗਿਆ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ, ਤੇ ਕਾਜੀ ਨੇ ਕਿਹਾ ਕੋਈ ਖਵਾਇਸ਼ ਹੈ ਆਖਰੀ? ਭਾਈ ਮਤੀ ਦਾਸ ਕਹਿਣ ਲੱਗੇ ਮੇਰੇ ਬਾਪੂ ਵੱਲ ਮੇਰਾ ਮੂੰਹ ਕਰ ਦਿਓ। ਬਾਪੂ ਮੀਂਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਬਾਪੂ ਵੱਲ ਮੇਰਾ ਮੂੰਹ ਕਰ ਦਿਓ। ਕਹਿੰਦੇ ਹੋਰ ਕੁਛ? ਕਹਿੰਦੇ ਹੋਰ ਕੁਛ ਨਹੀਂ ਚਾਹੀਦਾ। 7 ਤੇ 9 ਸਾਲ ਦੇ ਛੋਟੇ ਛੋਟੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ, ਜਿਨ੍ਹਾਂ ਨੂੰ ਸੂਬੇ ਨੇ ਵਜ਼ੀਰ ਖਾਨ ਨੇ ਨੀਹਾਂ ਵਿੱਚ ਚਿਣਨ ਦਾ ਹੁਕਮ ਕਰਵਾ ਦਿੱਤਾ ਬੇਈਮਾਨ ਕਾਜ਼ੀਆਂ ਦੇ ਕੋਲੋਂ, ਤੇ ਕਹਿੰਦੇ ਜਦੋਂ ਨੀਹਾਂ ਵਿੱਚ ਚਿਣ ਲੱਗੇ ਤੇ ਬੱਚਿਆਂ ਦੇ ਸਾਹਮਣੇ ਬੜੀਆਂ ਪੇਸ਼ਕਸ਼ਾਂ ਰੱਖੀਆਂ ਗਈਆਂ, ਤੁਸੀਂ ਛੋਟੇ ਹੋ, ਵੱਡੇ ਹੋ ਕੇ ਨਜ਼ਾਰੇ ਲਓਗੇ, ਦੀਨੇ ਇਸਲਾਮ ਵਿੱਚ ਆ ਜਾਓ, ਤੁਹਾਨੂੰ ਅਸੀਂ ਆਪਣੀਆਂ ਬੇਟੀਆਂ ਦੇ ਨਾਲ ਤੁਹਾਡੇ ਨਿਕਾਹ ਪੜਾ ਦੇਵਾਂਗੇ, ਵੱਡੀਆਂ ਵੱਡੀਆਂ ਹਵੇਲੀਆਂ ਤੁਹਾਨੂੰ ਦਵਾ ਦੇਵਾਂਗੇ, ਜਗੀਰਾਂ ਦੇ ਮਾਲਕ ਤੁਸੀਂ ਹੋ ਜਾਓਗੇ। ਉਹਨਾਂ ਬੱਚਿਆਂ ਨੇ ਇੱਕ ਹੀ ਗੱਲ ਕਹੀ, ਅਸੀਂ ਆਪਣੇ ਪਿਓ ਤੇ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ। ਨੀਹਾਂ 'ਚ ਚਿਣੇ ਗਏ, ਇਹ ਸਾਡਾ ਇਤਿਹਾਸ ਹੈ, ਕੋਈ ਕਥਾ ਕਹਾਣੀਆਂ ਨਹੀਂ, ਕੋਈ ਵਾਧੂ ਦੇ ਨਾਵਲ ਨਹੀਂ, ਇਤਿਹਾਸ ਹੈ ਜੋ ਸਾਡੇ ਬਜ਼ੁਰਗਾਂ ਦੇ ਨਾਲ ਸਾਰਾ ਕੁਝ ਹੋਇਆ। ਸਾਇੰਸ ਕਹਿੰਦੀ ਹੈ ਨਾ ਵੀ ਜੇ ਸਮੁੰਦਰ ਦਾ ਸੁਭਾਅ ਵੇਖਣਾ ਹੋਵੇ ਤੇ ਸਮੁੰਦਰ ਦੇ ਇੱਕ ਤੁਪਕੇ ਵਿੱਚੋਂ ਉਹਦਾ ਸੁਭਾਅ ਦਾ ਨੇਚਰ ਵੇਖਿਆ ਜਾ ਸਕਦਾ ਹੈ ਵੀ ਸਮੁੰਦਰ ਕਿੱਦਾਂ ਦਾ ਹੋਵੇਗਾ, ਉਹਦਾ ਇੱਕ ਤੁਪਕਾ ਦੱਸ ਦਿੰਦਾ ਹੈ। ਜੇ ਪੂਰਾ ਸਿੱਖ ਇਤਿਹਾਸ ਵੇਖਣਾ ਹੋਵੇ ਤੇ ਕਿਸੇ ਚੜ੍ਹਦੀ ਕਲਾ ਵਾਲੇ ਸਿੰਘ ਦੇ ਦਰਸ਼ਨ ਕਰ ਲਓ, ਉਹਦੀਆਂ ਖੂਨ ਦੀਆਂ ਬੂੰਦਾਂ ਵਿੱਚੋਂ ਤੁਹਾਨੂੰ ਸਾਰੇ ਇਤਿਹਾਸ ਦੇ ਦਰਸ਼ਨ ਹੋ ਜਾਣਗੇ ਵੀ ਸਾਡਾ ਇਤਿਹਾਸ ਕਿੱਦਾਂ ਦਾ ਹੁੰਦਾ ਸੀ। ਇਦਾਂ ਦੇ ਇਤਿਹਾਸ ਵਿੱਚੋਂ ਪੈਦਾ ਹੋਏ ਸਨ ਬਾਬਾ ਬੰਦਾ ਸਿੰਘ ਬਹਾਦਰ। ਜਿਵੇਂ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਕਹਿੰਦੇ ਨੇ ਕਿ ਗਰੀਬ ਘਰਾਣਿਆਂ ਵਿੱਚੋਂ ਮਹਾਨ ਹਸਤੀਆਂ ਦਾ ਜਨਮ ਹੁੰਦਾ ਹੈ। ਇੱਕ ਛੋਟਾ ਜਿਹਾ ਇਲਾਕਾ ਰਜੌਰੀ ਜੰਮੂ ਪੁੰਛ ਦਾ, ਇੱਕ ਗਰੀਬ ਜਿਹੇ ਘਰ ਦੇ ਵਿੱਚ ਭਾਰਦਵਾਜ ਰਾਜਪੂਤ ਰਾਮਦੇਵ ਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ। ਘਰ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਤੇ ਮਾਂ ਬਾਪ ਨੇ ਉਹਦਾ ਨਾਮ ਰੱਖਿਆ ਲਛਮਣ ਦੇਵ। ਘਰ ਦੇ ਵਿੱਚ ਬਹੁਤੀ ਕੋਈ ਅਮੀਰੀ ਨਹੀਂ ਸੀ। ਬਾਪ ਉਹਨਾਂ ਦਾ ਖੇਤੀਬਾੜੀ ਕਰਦੇ ਸਨ, ਕਦੇ ਕਦਾਈ ਜਾ ਕੇ ਖੇਤੀਬਾੜੀ ਕਰ ਲੈਣੀ, ਕੋਈ ਜ਼ਿਆਦਾ ਪੈਸਾ ਨਾ ਹੋਣ ਕਰਕੇ ਵਧੀਆ ਸਕੂਲਾਂ ਵਿੱਚ ਵਧੀਆ ਜਿਹੜਾ ਕੋਈ ਚੰਗੀ ਪੜ੍ਹਾਈ ਸੀ ਉਸ ਟਾਈਮ ਦੀ ਉਹ ਨਾ ਕਰਵਾ ਸਕੇ। ਸਾਡੇ ਨਾਲ ਵੀ ਜਿੱਦਾਂ ਅਸੀਂ ਆਪਣੀ ਲਾਈਫ ਦੇਖਦੇ ਨਾ ਵੀ ਅਸੀਂ ਹੁਣ ਕਹਿੰਦੇ ਆ ਵੀ ਜਿੰਨਾ ਪੈਸਾ ਵਾਹਿਗੁਰੂ ਨੇ ਦਿੱਤਾ ਹੈ, ਕਿਤੇ ਉਸ ਟਾਈਮ ਇਹਨਾਂ ਹੁੰਦਾ ਤੇ ਅਸੀਂ ਵੀ ਚੰਗੇ ਕਾਲਜਾਂ 'ਚ ਪੜ੍ਹਦੇ, ਚੰਗੀਆਂ ਯੂਨੀਵਰਸਿਟੀਆਂ 'ਚ ਪੜ੍ਹਦੇ। ਇਦਾਂ ਹੀ ਹਾਲਾਤ ਕਦੇ ਸੀ ਕਿਸੇ ਟਾਈਮ ਸੀ, ਉਸ ਟਾਈਮ ਕੋਈ ਜ਼ਿਆਦਾ ਪੈਸਾ ਨਾ ਹੋਣ ਕਰਕੇ ਵਧੀਆ ਪੜ੍ਹਾਈ ਨਾ ਕਰਾ ਸਕੇ ਤੇ ਉਹਨਾਂ ਦਾ ਇੱਕ ਸ਼ੌਂਕ ਸੀ ਲਛਮਣ ਦੇਵ ਦਾ, ਤੀਰ ਕਮਾਨ ਬੜਾ ਵਧੀਆ ਚਲਾਉਂਦੇ ਸਨ। ਸ਼ਿਕਾਰ ਖੇਡਣ ਵਾਸਤੇ ਕਦੇ ਕਦੇ ਚਲੇ ਜਾਣਾ। ਕੁਦਰਤੀ ਅੱਜ ਨੌਜਵਾਨ ਹੋਏ, ਅਲੜ ਉਮਰ ਦੇ ਹੋਏ, ਉਹਨਾਂ ਨੇ ਹੱਥ ਵਿੱਚ ਕਮਾਨ ਚੱਕਿਆ ਤੇ ਤੀਰ ਪਕੜਿਆ। ਇੱਕ ਸਾਹਮਣੇ ਹਿਰਨੀ ਵੇਖੀ ਜਿੱਥੋਂ ਉਹਨਾਂ ਦਾ ਜੀਵਨ ਕਹਿੰਦੇ ਤੇਜ ਹੁੰਦਾ ਹੈ, ਜਿੱਥੋਂ ਪਲਟਾ ਹੁੰਦਾ ਹੈ। ਇੱਕ ਹਿਰਨੀ ਵੇਖੀ, ਖਿੱਚ ਕੇ ਮਾਰਿਆ ਤੀਰ।
ਹਿਰਨੀ ਵਿਚਾਰੀ ਉੱਥੇ ਡਿੱਗ ਪਈ। ਕਹਿੰਦੇ ਜਦੋਂ ਘਰ ਲਿਆਂਦਾ, ਹਿਰਨੀ ਨੂੰ ਜਦੋਂ ਦਾ ਪੇਟ ਚੀਰਿਆ ਗਿਆ, ਉਹਦੇ ਵਿੱਚੋਂ ਨਿੱਕੇ ਨਿੱਕੇ ਉਹਦੇ 2 ਬੱਚੇ ਬਾਹਰ ਨਿਕਲੇ, ਜਿਹੜੇ ਕਿ ਤੜਪ ਤੜਪ ਕੇ ਲਛਮਣ ਦੇਵ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਮੌਤ ਹੋ ਗਈ। ਕਹਿੰਦੇ ਤੀਰ ਕਮਾਨ ਉੱਥੇ ਡਿੱਗ ਪਿਆ, ਲਹੂ ਨਾ ਦੇਖ ਸਕਿਆ, ਲਹੂ ਵਹਿੰਦਾ ਹੋਇਆ ਨਾ ਦੇਖ ਸਕਿਆ, ਤੇ ਉਹਦਾ ਮਨ ਬੈਰਾਗੀ ਹੋ ਗਿਆ, ਬੈਰਾਗਵਾਨ ਹੋ ਗਿਆ। ਤੇ ਬੈਰਾਗਵਾਨ ਇੱਥੋਂ ਤੱਕ ਹੋਇਆ, ਰਾਤ ਨੂੰ ਨੀਂਦ ਨਾ ਆਵੇ, ਮਾਂ ਰੋਟੀ ਦੇਵੇ ਤੇ ਖਾਣ ਨੂੰ ਚੇਤਨਾ ਕਰੇ, ਸਾਥੀ ਆਵਾਜ਼ਾਂ ਮਾਰਨ ਤੇ ਖੇਲਣ ਜਾਣ ਨੂੰ ਚੇਤਨਾ ਕਰੇ। ਮਾਂ ਬਾਪ ਨੇ ਆਖਿਆ ਹੋਇਆ ਕਿ ਉਹ ਕਹਿੰਦੇ ਪਤਾ ਨਹੀਂ ਲੱਗਾ, ਹੁਣ ਮੇਰਾ ਦਿਲ ਕਰਦਾ ਮੈਂ ਜਿਉਂਦਾ ਹੀ ਨਾ ਰਵਾਂ। ਬੈਰਾਗਵਾਨ ਮਨ ਹੋ ਗਿਆ। ਕਹਿੰਦੇ ਕਿਤੇ ਉਹਨਾਂ ਹੀ ਦਿਨਾਂ ਦੇ ਵਿੱਚ ਇੱਕ ਬਰਾਗੀਆਂ ਦੀ ਟੋਲੀ ਉਹਨਾਂ ਦੇ ਪਿੰਡ ਆ ਕੇ ਠਹਿਰ ਗਈ। ਬਰਾਗੀਆਂ ਦਾ ਉਹਨਾਂ ਉੱਤੇ ਬਹੁਤ ਜ਼ਿਆਦਾ ਅਸਰ ਹੋਇਆ। ਉਹਨਾਂ ਬੈਰਾਗੀਆਂ ਦੇ ਨਾਲ ਬਾਬਾ ਜੀ ਤੁਰ ਪਏ, ਲਛਮਣ ਦੇਵ ਜੀ ਤੁਰ ਪਏ। ਉਹਨਾਂ ਵਿੱਚ ਇੱਕ ਜਾਨਕੀ ਦਾਸ ਬੈਰਾਗੀ ਸੀ, ਉਹਨੂੰ ਉਹਨਾਂ ਨੇ ਆਪਣਾ ਗੁਰੂ ਧਾਰਨ ਕਰ ਲਿਆ। ਜਾਨਕੀ ਦਾਸ ਨੇ ਕਿਹਾ ਕਾਕਾ ਤੇਰਾ ਨਾਮ ਕੀ ਹੈ? ਉਹ ਕਹਿੰਦਾ ਜੀ ਲਛਮਣ ਦੇਵ। ਕਹਿੰਦੇ ਚੇਂਜ ਕਰਦੇ, ਅੱਜ ਤੋਂ ਬਾਅਦ ਨਾਮ ਹੋਏਗਾ ਮਾਧੋ ਦਾਸ ਬੈਰਾਗੀ। ਪਹਿਲਾਂ ਉਹਨਾਂ ਨੇ ਗੁਰੂ ਧਾਰਨ ਕੀਤਾ ਜਾਨਕੀ ਦਾਸ ਬੈਰਾਗੀ, ਫਿਰ ਦੂਜਾ ਰਾਮਦੇਵ ਬੈਰਾਗੀ ਜਾਂ ਰਾਮਦਾਸ ਬੈਰਾਗੀ ਵੀ ਕਈ ਬੁੱਕਸਾਂ ਵਿੱਚ ਲਿਖਿਆ ਹੋਇਆ ਮਿਲਦਾ ਹੈ। ਉਸ ਤੋਂ ਬਾਅਦ ਇੱਕ ਜੋਗੀ ਨੂੰ ਉਹਨਾਂ ਨੇ ਗੁਰੂ ਧਾਰਨ ਕੀਤਾ ਅਗੜਨਾਥ। ਉਹਦੇ ਕੋਲ ਉਹਨਾਂ ਨੇ ਤੰਤਰ ਮੰਤਰ ਆਦਿਕ ਬੜੀਆਂ ਵਿਦਿਆ ਸਿੱਖੀਆਂ। ਮਰਦਾ ਇੱਕ ਗ੍ਰੰਥ ਉਹਨਾਂ ਨੂੰ ਉਹ ਦੇ ਗਿਆ। ਭਟਕਦੇ ਆਖਰਕਾਰ ਤੁਰਦੇ ਗੋਦਾਵਰੀ ਨਦੀ ਦੀ ਕੰਢੇ ਦੱਖਣ ਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਡੇਰਾ ਲਾ ਲਿਆ ਤੇ ਇਲਾਕੇ ਦੇ ਵਿੱਚ ਆਪਣਾ ਪ੍ਰਚਾਰ ਰੱਜ ਕੇ ਇਹਨਾਂ ਨੇ ਕੀਤਾ। ਜਿਹੜੇ ਇਹਨਾਂ ਦੇ ਚੇਲੇ ਚਵਟੇ ਸਨ ਉਹ ਕਹਿਣ ਲੱਗੇ ਵੀ ਮਾਧੋ ਦਾਸ ਬੈਰਾਗੀ ਇੱਕ ਬੜਾ ਕਰਾਮਾਤੀ ਬੰਦਾ ਹੈ, ਬੜਾ ਕਰਨੀ ਵਾਲਾ ਬੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਬੜਾ ਕਰਨੀ ਵਾਲਾ ਬੰਦਾ। ਕਈ ਵਾਰ ਇਹ ਸ਼ਬਦ ਵਰਤੇ ਜਾਂਦੇ ਨੇ, ਕਿਉਂਕਿ ਮੇਰੇ ਖਿਆਲ ਦੇ ਵਿੱਚ ਜੇ ਇਹ ਗੱਲ ਨੂੰ ਮੈਂ ਛੱਡ ਕੇ ਗਾਂਹ ਚਲਾ ਜਾਵਾਂ ਤੇ ਤੁਹਾਡੇ ਵਿੱਚ ਵੀ ਕਿਤੇ ਗੱਲਾਂ ਰਹਿ ਜਾਣਗੀਆਂ। ਜਿੱਦਾਂ ਅਸੀਂ ਕਹਿੰਦੇ ਆ ਫਲਾਣਾ ਪੁਰਸ਼ ਬੜਾ ਕਰਨੀ ਵਾਲਾ ਹੈ, ਤੇ ਕਹਿੰਦੇ ਮਾਧੋ ਦਾਸ ਬੈਰਾਗੀ ਦੇ ਚੇਲਿਆਂ ਨੇ ਪ੍ਰਚਾਰ ਕੀਤਾ ਸਾਡਾ ਬਾਬਾ ਬੜਾ ਕਰਨੀ ਵਾਲਾ ਹੈ। ਤੇ ਜੇ ਕਿਸੇ ਨੂੰ ਪੁੱਤ ਚਾਹੀਦਾ ਹੈ ਬਾਬੇ ਦੇ ਕੋਲ ਆਓ, ਦੁੱਧ ਚਾਹੀਦਾ ਹੈ ਬਾਬੇ ਦੇ ਕੋਲ ਆਓ, ਆਪਣੀਆਂ ਮੁਸ਼ਕਲਾਂ ਸੌਲ ਕਰਨੀਆਂ ਚਾਹੁੰਦੇ ਹੋ ਤੇ ਬਾਬੇ ਦੇ ਕੋਲ ਆਓ। ਮੈਂ ਨਿਊਯਾਰਕ ਸੀ, ਉੱਥੋਂ ਦੀਆਂ ਅਖਬਾਰਾਂ ਵਿੱਚ ਮੈਂ ਡੇਲੀ ਪੜ੍ਹਦਾ ਸੀ, ਕਿਉਂਕਿ ਦਿਲ ਕਰਿਆ ਅਖਬਾਰ ਚੱਕ ਲਈ। ਜਦੋਂ ਉਹਦੇ ਪੰਨੇ ਦੇਖਣੇ, ਉਹਦੇ 'ਚ ਰੋਜ਼ ਲਿਖਿਆ ਹੋਣਾ ਅਸੀਂ ਬੜੇ ਕਰਾਮਾਤੀਆਂ, ਅਸੀਂ ਫਲਾਣਾ ਢਿੰਗੜਾ ਸਾਰਾ ਰੋਗ ਦੂਰ ਕਰ ਸਕਦੇ ਹਾਂ, ਲੜਾਈ ਝਗੜੇ ਪਤੀ ਪਤਨੀ ਦੇ ਆਪਸ ਦੇ ਵਿੱਚ, ਜਾਂ ਕੁਝ ਹੋਰ ਵਾਰ ਆਦਿਕ ਚਾਹੁੰਦੇ ਹੋ, ਜਾਂ ਲਾਟਰੀ ਦਾ ਨੰਬਰ ਚਾਹੁੰਦੇ ਹੋ। ਔਰ ਮੈਨੂੰ ਤਾਂ ਕਈ ਵਾਰ ਇੱਥੋਂ ਤੱਕ ਗੁੱਸਾ ਆਉਂਦਾ ਹੈ ਵੀ ਜਿਹੜਾ ਬੰਦਾ ਆਪਣੀ ਐਡ ਦੇ ਕੇ ਇਹ ਕਹਿ ਰਿਹਾ ਹੈ ਜੇ ਲਾਟਰੀ ਦਾ ਨੰਬਰ ਚਾਹੁੰਦੇ ਹੋ ਤੇ ਸਾਨੂੰ ਇੱਕ ਫੋਨ ਘੁਮਾਓ। ਓਏ ਮੂਰਖਾ, ਤੂੰ ਸਾਰੀਆਂ ਲਾਟਰੀ ਦੀਆਂ ਟਿਕਟਾਂ ਖਰੀਦ ਕੇ ਆਪਣੇ ਘਰ ਵਿੱਚ ਰੱਖ, ਤੂੰ ਟਕੇ ਦਾ ਮੁਹਤਾਜ ਹੋਇਆ ਫਿਰਦਾ ਹੈ। ਦੂਜੇ ਨੂੰ ਲਾਟਰੀ ਦੀ ਟਿਕਟ ਦੇ ਤੂੰ ਲਾਲਚ ਦੇ ਰਹੇ। ਉਹਨਾਂ ਨੇ ਕਿਹਾ ਸਾਡਾ ਬਾਬਾ ਬੜਾ ਕਰਾਮਾਤੀ ਹੈ। ਆਓ ਕਿਤੇ ਬੀਬੀਆਂ ਭੈਣਾਂ ਤੁਰਦੀਆਂ। ਮੈਨੂੰ ਇੱਕ ਗੱਲ ਚੇਤੇ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ। ਉਹਨਾਂ ਨੇ ਕਿਹਾ, ਕਹਿੰਦੇ ਨੇ ਕਿਸੇ ਵੀ ਇਨਸਾਨ ਨੂੰ ਜ਼ਿਆਦਾਤਰ ਫੇਮਸ ਕਰਨ ਵਿੱਚ ਬੀਬੀਆਂ ਦਾ ਯੋਗਦਾਨ ਹੁੰਦਾ ਹੈ, ਗੁੱਸਾ ਨਾ ਕਰਿਓ। ਔਰ ਇਹ ਸੱਚ ਹੈ, ਇਹਦੇ 'ਚ ਕੋਈ ਝੂਠ ਨਹੀਂ। ਜੇ ਤਾਂ ਗੁਰਮੁਖ ਪਰਿਵਾਰ ਹੈ, ਗੁਰੂ ਦੇ ਨਾਲ ਜੁੜੇ ਹੋਏ ਨੇ, ਬੀਬੀ ਆਪ ਜੁੜੀ ਆਪਣੇ ਬੱਚੇ ਨੂੰ ਜੋੜੇਗੀ, ਆਪਣੇ ਪਤੀ ਨੂੰ ਜੋੜੇਗੀ। ਲੇਕਿਨ ਨਹੀਂ ਤਾਂ ਬਹੁਤਾਂਤ ਕਾਮਯਾਬ ਕਰਨ ਦੇ ਵਿੱਚ ਹੱਥ ਹੈ। ਵਾਹਿਗੁਰੂ ਕਿਰਪਾ ਕਰੇ ਅਸੀਂ ਗੁਰਸਿੱਖੀ ਜੀਵਨ ਵਾਲੇ ਬਣੀਏ। ਕਹਿੰਦੇ ਬੀਬੀਆਂ ਤੁਰ ਪਈਆਂ, ਦੁੱਧ ਚਾਹੀਦਾ, ਪੁੱਤ ਚਾਹੀਦਾ, ਬੜਾ ਕੁਝ ਹੋਇਆ, ਮੇਲਾ ਲੱਗ ਗਿਆ। ਤੇ ਮਾਧੋ ਦਾਸ ਬੈਰਾਗੀ ਨੇ ਇੱਕ ਆਪਣਾ ਤਖਤ ਬਿਠਾ ਲਿਆ, ਪਲੰਘ ਜਿਹਾ ਬਣਾ ਲਿਆ, ਉਹਦੇ 'ਚ ਉਹ ਬਹਿ ਜਾਂਦਾ ਸੀ ਤੇ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਦਾ ਢੌਂਗ ਕਰਨ ਲੱਗ ਪਿਆ। ਲੇਕਿਨ ਕਿਤੇ ਨਾ ਕਿਤੇ, ਕਿਉਂਕਿ ਇਹ ਜਿਹੜੀ ਸਾਡੀ ਬਾਡੀ ਹੈ, ਇਹਦੇ ਵਿੱਚ ਦਿਲ ਹੈ, ਹਿਰਦਾ ਹੈ, ਮਨ ਹੈ, ਅੰਤਿਸ਼ਕਰਨ ਹੈ, ਸੰਸਕਾਰ ਨੇ, ਬੰਦੇ ਦੀਆਂ ਕੁਝ ਚੁਆਇਸ ਨੇ, ਬੰਦੇ ਦੇ ਕੁਝ ਇਰਾਦੇ ਨੇ, ਬੰਦੇ ਦੇ ਕੁਝ ਵਿਚਾਰ ਨੇ, ਕੁਝ ਫੁਰਨੇ ਨੇ, ਜਿਹੜੇ ਕਿਤੇ ਨਾ ਕਿਤੇ ਕਈ ਵਾਰ ਪੂਰੇ ਨਹੀਂ ਹੁੰਦੇ। ਇੱਕ ਚੀਜ਼ ਹੁੰਦੀ ਹੈ ਇਨਸਾਨ ਦੇ ਅੰਦਰ, ਸ਼ਾਂਤੀ। ਉਹ ਤਕਰੀਬਨ ਹਰ ਬੰਦੇ ਨੂੰ ਨਸੀਬ ਨਹੀਂ ਹੁੰਦੀ। ਉਹ ਬਹੁਤ ਕੁਝ ਪ੍ਰਾਪਤ ਕਰ ਚੁੱਕਾ ਸੀ, ਉਹਦਾ ਬੜਾ ਬੋਲਬਾਲਾ ਇਲਾਕੇ ਦੇ ਵਿੱਚ ਸੀ, ਪਰ ਸ਼ਾਂਤੀ ਅਜੇ ਉਹਦੇ ਜੀਵਨ ਵਿੱਚ ਨਹੀਂ ਸੀ ਆਈ। ਕਹਿੰਦੇ ਜਦੋਂ ਵੀ ਕੋਈ ਸਤਿਪੁਰਸ਼ ਆਉਣਾ, ਕੋਈ ਚੰਗਾ ਬੰਦਾ ਆਉਣਾ, ਤੇ ਮਾਧੋ ਦਾਸ ਬੈਰਾਗੀ ਨੇ ਉਹਦੀ ਬੇਇੱਜ਼ਤੀ ਬਹੁਤ ਕਰਨੀ, ਪਲੰਘ ਤੋਂ ਹੇਠਾਂ ਸੁੱਟ ਦੇਣਾ ਕਿਸੇ ਤਰੀਕੇ ਦੇ ਨਾਲ ਅਪਣਾ ਕੇ। ਇੱਕ ਦਿਨ ਕੀ ਹੋਇਆ, ਬਾਪੂ ਕਲਗੀਆਂ ਵਾਲੇ ਜਦੋਂ ਉਧਰ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਮਾਲਕ ਜੀ ਉਧਰ ਦੱਖਣ ਵੱਲ ਜਾਂਦੇ ਨੇ, ਤੇ ਇੱਕ ਸਿੱਖ ਦੇ ਕੋਲੋਂ ਉਹਨਾਂ ਨੇ ਮਾਧੋ ਦਾਸ ਦਾ ਨਾਮ ਸੁਣਿਆ। ਸਤਿਗੁਰੂ ਮਹਾਰਾਜ ਨੂੰ ਉਹਦੇ ਜੀਵਨ ਵਿੱਚੋਂ ਸੱਚ ਦੀ ਝਲਕ ਦਿਸੀ। ਮਾਲਕ ਜੀ ਉਹਦੇ ਡੇਰੇ ਆਪਣੇ ਸਿੱਖਾਂ ਸਮੇਤ ਪਹੁੰਚ ਗਏ। ਉਹਦੇ ਚੇਲੇ ਉੱਥੇ ਮੌਜੂਦ ਸਨ, ਮਾਧੋ ਦਾਸ ਆਪ ਮੌਜੂਦ ਨਹੀਂ ਸੀ। ਸਤਿਗੁਰੂ ਮਹਾਰਾਜ ਉਹਦੇ ਡੇਰੇ ਗਏ, ਜਾ ਕੇ ਪਲੰਘ ਉੱਤੇ ਬਹਿ ਗਏ। ਚੇਲਿਆਂ ਨੇ ਬੜਾ ਰੌਲਾ ਪਾਇਆ, ਸਾਡੇ ਬਾਬੇ ਦਾ ਪਲੰਘ ਹੈ, ਇੱਥੇ ਕਾਹਨੂੰ ਬਹਿ ਗਏ? ਇਹ ਤਾਂ ਸਾਡੇ ਬਾਬੇ ਦਾ ਪਲੰਘ ਹੈ, ਇੱਥੇ ਉਹੀ ਬਹਿ ਸਕਦੇ ਨੇ, ਤੁਸੀਂ ਨਹੀਂ ਬਹਿ ਸਕਦੇ। ਉਹਨਾਂ ਨੇ ਬੜਾ ਜ਼ੋਰ ਲਾਇਆ, ਪਰ ਮਹਾਰਾਜ
ਖਿੜਖੜਾਉਂਦੇ ਹੋਏ ਚੁੱਪ ਕਰਕੇ ਉੱਥੇ ਬੈਠੇ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਮੌਜੂਦ ਜਿਹੜੇ ਗਿਆਨੀ ਸੋਹਣ ਸਿੰਘ ਸ਼ੀਤਲ ਕਹਿੰਦੇ ਨੇ, ਉੱਥੇ ਬੱਕਰੇ ਬੜੇ ਤੁਰੇ ਫਿਰਦੇ ਸੀ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਉਂਕਿ ਕਿਸੇ ਬੰਦੇ ਨੂੰ ਚੇਂਜ ਕਰਨਾ ਚਾਹੁੰਦੇ ਸੀ, ਮਹਾਰਾਜ ਉਸ ਇਨਸਾਨ ਦਾ ਜੀਵਨ ਚੇਂਜ ਕਰਨਾ ਚਾਹੁੰਦੇ ਸੀ ਜਿਹੜਾ ਬੈਰਾਗੀ ਹੋ ਚੁੱਕਾ ਸੀ, ਜਿਹੜਾ ਕਿਸ ਦਾ ਖੂਨ ਨਹੀਂ ਸੀ ਦੇਖ ਸਕਦਾ, ਤੇ ਜੀਵਨ ਧਾਰਾ ਜਿਹਦੀ ਚੇਂਜ ਹੋ ਗਈ ਸੀ। ਮਹਾਰਾਜ ਦੇ ਕਹਿਣ ਤੇ ਸਿੱਖਾਂ ਨੇ 2-4 ਬੱਕਰੇ ਝਟਕਾ ਦਿੱਤੇ, ਲਹੂ ਲੁਹਾਨ ਹੋ ਗਿਆ, ਉੱਥੇ ਲਹੂ ਖਿਲਰ ਗਿਆ। ਉਹਦੇ ਚੇਲੇ ਲਹੂ ਦਾ ਰੰਗ ਵੇਖ ਕੇ ਡਾਡਾ ਮਾਰਦੇ ਹੋਏ ਉਥੋਂ ਭੱਜੇ। ਉਹਨਾਂ ਨੇ ਮਾਧੋ ਦਾਸ ਨੂੰ ਲਿਆਂਦਾ। ਮਾਧੋ ਦਾਸ ਨੇ ਵੇਖਿਆ ਖੂਨ ਖਿਲਰਿਆ ਹੋਇਆ, ਬੱਕਰੇ ਝਟਕਾਏ ਤੇ ਦੇਗਾਂ ਤਿਆਰ ਕਰ ਦਿੱਤੀਆਂ। ਮਾਧੋ ਦਾਸ ਸਤਿਗੁਰਾਂ ਦੇ ਕੋਲ ਆਇਆ, ਉੱਚਾ ਨੀਵਾਂ ਪਹਿਲਾਂ ਬੋਲਿਆ, ਫਿਰ ਉਹਨੇ ਇੱਕ ਸ਼ਬਦ ਆਖਿਆ, ਕਹਿੰਦਾ ਮਹਾਂਪੁਰਸ਼ੋ ਤੁਹਾਡੇ ਕਰਕੇ ਮੇਰੇ ਪੂਰੇ ਜੀਵਨ ਦੀ ਘਾਲ ਕਮਾਈ ਕਰਨੀ ਵੇਸਟ ਚਲੀ ਗਈ, ਮੇਰਾ ਰਿਹਾ ਹੀ ਕੱਖ ਨਹੀਂ। ਮਹਾਰਾਜ ਕਹਿੰਦੇ ਉਹ ਕਿਦਾਂ? ਉਹ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਡੇਰੇ 'ਚ ਪਵਿੱਤਰ ਡੇਰੇ ਵਿੱਚ ਖੂਨ ਡੋਲ ਦਿੱਤਾ, ਮੇਰਾ ਡੇਰਾ ਅਪਵਿੱਤਰ ਹੋ ਗਿਆ, ਮੇਰਾ ਤਖਤ ਅਪਵਿੱਤਰ ਹੋ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਖੂਨ ਤਾਂ ਕਾਫੀ ਸਾਈਡ ਤੇ ਜਾ ਕੇ ਡੋਲਾ, ਤੇ ਤੇਰਾ ਤਖਤ ਕਿਦਾਂ ਪਵਿੱਤਰ ਹੋ ਗਿਆ? ਉਹ ਕਹਿੰਦਾ ਸੱਚਿਆ ਪਾਤਸ਼ਾਹ ਜਿਹੜੇ ਡੇਰੇ 'ਚ ਖੂਨ ਡੁੱਲਿਆ ਉਸੇ ਡੇਰੇ ਵਿੱਚ ਮੇਰਾ ਤਖਤ ਹੈ, ਤੇ ਇਸ ਕਰਕੇ ਮੇਰਾ ਤਖਤ ਵੀ ਅਪਵਿੱਤਰ ਹੋ ਗਿਆ। ਮਾਲਕ ਜੀ ਕਹਿੰਦੇ ਜੇ ਖੂਨ ਨਾ ਡੁੱਲਦਾ ਤੇ ਫੇਰ ਉਹ ਕਹਿੰਦਾ ਪਵਿੱਤਰ ਰਹਿਣਾ ਸੀ। ਤੇ ਗੁਰੂ ਸਾਹਿਬ ਨੇ ਅਗਲਾ ਉਹਨੂੰ ਸਵਾਲ ਕੀਤਾ, ਤੇਰਾ ਡੇਰਾ ਕਿੱਥੇ ਹੈ? ਹਿੰਦੁਸਤਾਨ ਦੇ ਵਿੱਚ ਹੈ, ਭਾਰਤ ਦੇ ਵਿੱਚ ਹੈ? ਤੇ ਮਾਲਕ ਜੀ ਕਹਿੰਦੇ ਇਸੇ ਹਿੰਦੁਸਤਾਨ ਦੀ ਧਰਤੀ ਤੇ 7 ਤੇ 9 ਸਾਲ ਦੀਆਂ ਜਿੰਦਾਂ ਦਾ ਖੂਨ ਡੁੱਲਿਆ ਹੈ। ਇਸੇ ਹਿੰਦੁਸਤਾਨ ਦੀ ਧਰਤੀ ਤੇ ਇੱਕ 82 ਸਾਲ ਦੀ ਮੇਰੀ ਮਾਤਾ ਦਾ ਖੂਨ ਡੁੱਲਿਆ ਹੈ। ਇਸੇ ਹਿੰਦੁਸਤਾਨ ਦੀ ਧਰਤੀ ਉੱਤੇ ਜਦੋਂ ਮੈਂ 9 ਸਾਲ ਦਾ ਸੀ ਮੇਰੇ ਪਿਤਾ ਦਾ ਚਾਂਦਨੀ ਚੌਂਕ ਦੇ ਵਿੱਚ ਖੂਨ ਡੁੱਲਾ ਹੈ, ਜਿੱਥੇ ਰੋਜ਼ਾਨਾ ਇੱਜ਼ਤਾਂ ਰੋਲੀਆਂ ਜਾਂਦੀਆਂ ਨੇ, ਲੱਖਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਕੱਟ ਵੱਢ ਦਿੱਤਾ ਜਾਂਦਾ ਹੈ। ਬੇਟਾ ਕਦਾ ਸਾਰਿਆ ਤੁਹਾਨੂੰ ਸ਼ਾਂਤ ਹੋ ਕੇ ਬੈਠੋ। ਔਰ ਜਿੱਥੇ ਰੋਜ਼ਾਨਾ ਲੋਕਾਂ ਨੂੰ ਕਤਲ ਕੀਤਾ ਜਾਂਦਾ, ਤੇਰਾ ਡੇਰਾ ਉੱਥੇ ਹੈ, ਉਸ ਹਿੰਦੁਸਤਾਨ ਦੇ ਵਿੱਚ ਹੈ। ਤੇ ਜਿਹੜੇ ਹਿੰਦੁਸਤਾਨ ਦੀ ਧਰਤੀ ਉੱਤੇ ਤੇਰਾ ਡੇਰਾ, ਜਿਹਦੇ ਕੋਨੇ-ਕੋਨੇ ਵਿੱਚ ਖੂਨ ਡੁੱਲਿਆ ਹੋਇਆ ਹੈ, ਓਏ ਮੂਰਖਾ ਤੇਰਾ ਡੇਰਾ ਕਿੱਦਾਂ ਪਵਿੱਤਰ ਹੋ ਸਕਦਾ ਹੈ? ਕਹਿੰਦੇ ਆਹ ਗੱਲ ਉਹਨੇ ਪਹਿਲੀ ਵਾਰੀ ਸੁਣੀ ਸੀ। ਕਹਿੰਦਾ ਹੈ ਗੁਰੂ ਸਾਹਿਬ ਐਸਾ ਹੋਇਆ, ਇਦਾਂ ਦੇ ਭਾਣੇ ਵਰਤੇ ਨੇ? ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਾਂ ਮੇਰੇ ਨਾਲ ਇਹ ਸਾਰਾ ਕੁਝ ਹੋਇਆ ਹੈ। ਕਹਿੰਦੇ ਨੇ ਉਹਦੀਆਂ ਅੱਖਾਂ ਦੇ ਵਿੱਚ ਕੁਝ ਨੂਰ ਵੱਖਰਾ ਸੀ, ਉਹਨੇ ਆਪਣਾ ਸੀਸ ਨਵਾ ਦਿੱਤਾ। ਉਹਦੀ ਵਾਰਤਾਲਾਪ ਉੱਥੇ ਜਿਹੜੀ ਹੋਈ ਬੜੀ ਪਿਆਰੀ, ਜਿਹੜੀ ਮੈਂ ਘਟਨਾ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਇਹ ਗਿਆਨੀ ਸੋਹਣ ਸਿੰਘ ਸ਼ੀਤਲ ਨੇ ਆਪਣੀ ਬੁੱਕਸ ਵਿੱਚ ਲਿਖੀ, ਕਿਤੇ ਪੜ੍ਹਿਓ, ਇਤਿਹਾਸ ਆਪਣਾ ਪੜ੍ਹਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਬਹੁਤ ਕੁਝ ਰਤਨ ਜਵੇਹਰ ਲਾਲ ਸਾਨੂੰ ਉਹਦੇ ਵਿੱਚੋਂ ਮਿਲਦੇ ਨੇ। ਕਹਿੰਦੇ ਨੇ ਵਾਰਤਾਲਾਪ ਹੋਇਆ, ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹਨੇ ਕਿਹਾ ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ? ਤੇ ਗੁਰੂ ਸਾਹਿਬ ਨੇ ਅੱਗੋਂ ਆਖਿਆ ਤੂੰ ਨਹੀਂ ਜਾਣਦਾ? ਉਹਨੇ ਥੋੜਾ ਜਿਹਾ ਸੋਚ ਕੇ ਆਖਿਆ ਮੈਨੂੰ ਲੱਗਦਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ। ਮਹਾਰਾਜ ਕਹਿਣ ਲੱਗੇ ਹਾਂ ਠੀਕ ਪਹਿਚਾਨਿਆ। ਸੱਚੇ ਪਾਤਸ਼ਾਹ ਮਹਾਰਾਜ ਨੇ ਅੱਗੋਂ ਸਵਾਲ ਕੀਤਾ ਤੂੰ ਕੌਣ ਹੈ? ਤੇ ਹੁਣ ਚੇਂਜ ਹੋ ਗਿਆ ਸੀ ਉਹਨੂੰ ਬੱਕਰਿਆਂ ਦਾ ਡੁੱਲਾ ਹੋਇਆ ਖੂਨ ਨਹੀਂ ਦਿਸਿਆ, ਉਹਨੂੰ ਹਿਰਨੀ ਦੇ ਪੇਟ ਵਿੱਚੋਂ ਨਿੱਕੇ ਤੜਫਦੇ ਬੱਚੇ ਭੁੱਲ ਗਏ, ਹਿਰਨੀ ਦਾ ਡੁੱਲਾ ਹੋਇਆ ਖੂਨ ਉਹਨੂੰ ਭੁੱਲ ਗਿਆ। ਉਹਦੀਆਂ ਅੱਖਾਂ ਸਾਹਮਣੇ ਹੁਣ 7-9 ਸਾਲ ਦੀਆਂ ਜਿੰਦਾਂ ਘੁੰਮਣ ਲੱਗ ਪਈਆਂ, ਲੱਖਾਂ ਔਰਤਾਂ ਦੀ ਰੋਲਦੀ ਹੋਈ ਇੱਜ਼ਤ ਘੁੰਮਣ ਲੱਗ ਪਈ, ਲੱਖਾਂ ਬਜ਼ੁਰਗਾਂ ਮਾਤਾਵਾਂ ਦੇ ਬੱਚਿਆਂ ਦੇ ਸੀਸ ਕੱਟੇ ਵੱਡੇ ਘੁੰਮਣ ਲੱਗ ਪਏ। ਉਹ ਕਹਿੰਦਾ ਇੰਨਾ ਤਸ਼ੱਦਦ, ਇੱਕ ਸਰਕਾਰ ਉਹਨੂੰ, ਇੱਕ ਰਾਜ ਉਹਨੂੰ ਇੰਨਾ ਤਸ਼ੱਦਦ। ਉਹ ਗੁਰੂ ਸਾਹਿਬ ਕਹਿਣ ਲੱਗੇ ਤੂੰ ਕੌਣ ਹੈ? ਹੁਣ ਉਹਨੇ ਆਪਣਾ ਨਾਮ ਮਾਧੋ ਦਾਸ ਬੈਰਾਗੀ ਨੂੰ ਦੱਸਿਆ। ਕਹਿੰਦਾ ਮਹਾਰਾਜ ਮੈਂ ਤੁਹਾਡਾ ਬੰਦਾ। ਤੇ ਗੁਰੂ ਸਾਹਿਬ ਦਾ ਅਗਲਾ ਸਵਾਲ ਸੀ ਜੇ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਿਉਂ ਨਹੀਂ ਕਰਦਾ? ਕਹਿਣ ਲੱਗੇ ਸੱਚਿਆ ਪਾਤਸ਼ਾਹ ਮੈਂ ਤੁਹਾਡਾ ਬੰਦਾ ਹਾਂ, ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲਓ। ਤੇ ਮਹਾਰਾਜ ਕਹਿੰਦੇ ਮੈਂ ਇਸ ਬੰਦੇ ਨੂੰ ਬੰਦਾ ਸਿੰਘ ਬਣਾਉਣਾ ਚਾਹੁੰਦਾ ਹੈ, ਕੀ ਸਲਾਹ ਹੈ ਤੇਰੀ? ਉਹ ਕਹਿੰਦਾ ਮੈਂ ਤਿਆਰ ਹਾਂ। ਗੁਰੂ ਸਾਹਿਬ ਨੇ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਜਿਹਦੇ ਅੰਦਰ ਖੰਡਾ ਘੋਲ ਕੇ ਪਾ ਦਿੱਤਾ, ਬਾਣੀ ਪਾ ਦਿੱਤੀ, ਵਿਚਾਰ ਪਾ ਦਿੱਤਾ, ਸਿਧਾਂਤ ਪਾ ਦਿੱਤਾ। ਬਰਾਗ ਪੁਣਾ ਉੱਥੇ ਖਤਮ ਹੋ ਗਿਆ, ਬਰਾਗੀ ਤਾਂ ਮਰ ਗਏ, ਉੱਥੇ ਬਰਾਗੀ ਖਤਮ ਹੋ ਗਿਆ, ਮਰ ਗਿਆ। ਮੈਂ ਤੁਹਾਨੂੰ ਅਗਲੀ ਜਿਹੜੀ ਬੇਨਤੀ ਕਰਨ ਲੱਗਾ, ਕਿਉਂਕਿ ਇਹਦੇ ਕੁਝ ਭਾਗ ਸਾਨੂੰ ਕਰਨੇ ਪੈਣਗੇ ਇਸ ਗੱਲ ਨੂੰ ਸਮਝਣ ਵਾਸਤੇ। ਇਹ ਪਹਿਲਾ ਭਾਗ ਸੀ ਇਸ ਵਿਸ਼ੇ ਦਾ, ਜਿੱਥੇ ਉਹਨਾਂ ਦਾ ਇੱਕ ਜਨਮ ਖਤਮ ਹੁੰਦਾ ਹੈ ਬਰਾਗੀ ਪੁਣੇ ਵਾਲਾ। ਕਹਿੰਦੇ ਨੇ ਸਤਿਗੁਰੂ ਸਾਹਿਬ ਨੇ ਆਪਣੇ ਪੱਥੇ ਚੋਂ ਤੀਰ ਦਿੱਤੇ ਨੇ, ਮਾਲਕ ਨੇ ਹੋਰ ਬਖਸ਼ਿਸ਼ਾਂ ਕੀਤੀਆਂ, 5 ਸਿੰਘ ਨਾਲ ਦਿੱਤੇ ਨੇ। ਜਦੋਂ ਸਾਰੇ ਹਾਲਾਤ ਸੁਣ ਕੇ ਬਾਬਾ ਬੰਦਾ ਸਿੰਘ ਜੀ, ਕਿਉਂਕਿ ਬੰਦਾ ਸਿੰਘ ਨਾਮ ਕਲਗੀਆਂ ਵਾਲੇ ਬਾਪੂ ਨੇ ਰੱਖਿਆ, ਬਹਾਦਰ ਦਾ ਖਿਤਾਬ ਜਾ ਕੇ ਪੰਜਾਬ ਦੇ ਲੋਕਾਂ ਨੇ ਉਸ ਸ਼ਖਸੀਅਤ ਨੂੰ ਦਿੱਤਾ, ਕਿਉਂਕਿ ਬਹਾਦਰ ਸ਼ਬਦ ਬਾਅਦ ਵਿੱਚ ਜਾ ਕੇ ਨਾਲ ਜੁੜਿਆ।
ਤੇ ਜਦੋਂ ਬਾਣੀ ਸੁਣੀ, ਇਤਿਹਾਸ ਸੁਣਿਆ, ਵਿਚਾਰ ਸੁਣੀ, ਜੀਵਨ ਜਿਹੜਾ ਸੀ ਸਿਧਾਂਤਮਈ ਹੋ ਗਿਆ। ਉਹਨੂੰ ਪਤਾ ਲੱਗਾ ਅੱਜ ਤੱਕ ਜੋ ਕੁਝ ਮੈਨੂੰ ਨਹੀਂ ਮਿਲ ਸਕਿਆ ਕਲਗੀਆਂ ਵਾਲੇ ਬਾਪੂ ਦੇ ਪਾਵਨ ਚਰਨਾਂ ਵਿੱਚੋਂ ਮੈਨੂੰ ਪ੍ਰਾਪਤ ਹੋ ਗਿਆ। ਇੱਕ ਕਨਸੈਪਟ ਇੱਥੇ ਖਤਮ ਹੁੰਦਾ ਹੈ, ਦੂਜਾ ਆਰੰਭ ਹੁੰਦਾ ਹੈ। ਘੋੜੇ ਤੇ ਚੜਿਆ ਬਾਬਾ ਬੰਦਾ ਸਿੰਘ, ਨਾਲ ਲਏ ਕੁਝ ਸਿੰਘ, ਦੱਖਣ ਤੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਗਿਆ ਲੈ ਕੇ, ਕਿਉਂਕਿ ਹੋਰ ਕਈ ਘਟਨਾਵਾਂ ਇੱਥੇ ਵਾਪਰਦੀਆਂ ਨੇ, ਉਹਨਾਂ ਸਾਰੀਆਂ ਨੂੰ ਇੱਕ ਸਾਈਡ ਤੇ ਰੱਖ ਕੇ ਆਪਾਂ ਇਸ ਕਨਸੈਪਟ ਨੂੰ ਅੱਗੇ ਤੋਰੀਏ। ਬਾਬਾ ਬੰਦਾ ਸਿੰਘ ਜੀ ਤੁਰ ਪਏ। ਰਸਤੇ ਵਿੱਚ ਤੁਰੇ ਜਾਣ ਉਹਨਾਂ ਦਾ ਇੱਕ ਗੁਰੂ ਮਿਲਿਆ, ਜਿਹਨੂੰ ਉਹਨਾਂ ਨੇ ਗੁਰੂ ਧਾਰਨ ਕੀਤਾ ਸੀ ਨਾ, ਬੈਰਾਗੀ ਨੂੰ, ਜਾਨਕੀ ਦਾਸ ਬੈਰਾਗੀ ਨੂੰ, ਉਹ ਮਿਲਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਘੋੜੇ ਤੇ ਚੜਿਆ ਹੋਇਆ ਵੇਖਿਆ। ਮੁੱਛਾਂ ਨੂੰ ਤਾ ਦਿੱਤਾ ਹੋਇਆ ਸੀ ਇਸ ਸਿੰਘ ਨੇ, ਵਧੀਆ ਸੋਹਣੀ ਦਸਤਾਰ ਸਜਾਈ ਹੋਈ ਸੀ ਇਸ ਸਿੰਘ ਨੇ, ਪੱਤਾ ਤੀਰਾਂ ਦਾ ਪਿੱਛੇ ਪਾਇਆ ਹੋਇਆ ਆਪਣੇ ਪਿੰਡੇ ਦੇ, ਤੇ ਗਾਤਰੇ ਦੇ ਨਾਲ ਲੰਮੀ ਸਾਰੀ ਤਲਵਾਰ ਲਟਕਾਈ ਹੋਈ ਇਸ ਗੁਰੂ ਦੇ ਪਿਆਰੇ ਨੇ। ਘੋੜੇ ਦੇ ਨਾਲ ਇੱਕ ਸਾਈਡ ਤੇ ਨੇਜਾ ਟੰਗਿਆ ਹੋਇਆ ਇਸ ਲਾਲ ਨੇ। ਕਹਿੰਦੇ ਦੇਖ ਕੇ ਜਾਨਕੀ ਦਾਸ ਕਹਿਣ ਲੱਗਾ, ਮੈਨੂੰ ਤਾਂ ਇਦਾਂ ਲੱਗਦਾ ਜਿਵੇਂ ਤੂੰ ਮਾਧੋ ਦਾਸ ਬੈਰਾਗੀ ਹੋਵੇਂ। ਤੇ ਅੱਗੋਂ ਬਾਬਾ ਬੰਦਾ ਸਿੰਘ ਦਾ ਉੱਤਰ ਸੀ, ਨਹੀਂ, ਮਾਧੋ ਦਾਸ ਮਰ ਗਿਆ ਹੈ, ਮਾਧੋ ਦਾਸ ਦੀ ਮੌਤ ਹੋ ਗਈ ਹੈ, ਮਾਧੋ ਦਾਸ ਬੈਰਾਗੀ ਇਹ ਡੈਡ ਖਤਮ ਹੋ ਗਿਆ, ਉਹ ਨਹੀਂ ਰਿਹਾ। ਉਹ ਕਹਿੰਦੇ ਹੁਣ ਕੌਣ ਹੈ? ਉਹ ਕਹਿੰਦੇ ਨੇ ਇੱਕ ਨਵਾਂ ਜਨਮ ਹੋਇਆ ਹੈ ਬਾਬਾ ਬੰਦਾ ਸਿੰਘ ਦਾ। ਇਹ ਬੰਦਾ ਸਿੰਘ ਇਤਿਹਾਸਕਾਰ ਕਹਿੰਦੇ ਨੇ, ਕੁਝ ਇਤਿਹਾਸਕਾਰ ਕੇ ਨਾਮ ਗੁਰਬਖਸ਼ ਸਿੰਘ ਰੱਖਿਆ ਸੀ। ਚਲੋ ਆਪਾਂ ਦੋਨੋਂ ਨੂੰ ਅਲੱਗ ਲੈ ਕੇ ਚੱਲੀਏ। ਜੇ ਗੁਰਬਖਸ਼ ਸਿੰਘ ਰੱਖਿਆ ਸੀ, ਬਾਅਦ ਵਿੱਚ ਬੰਦਾ ਸਿੰਘ ਬਣਿਆ, ਤੇ ਤਾਂ ਵੀ ਇਹਦੇ ਵਿੱਚ ਕੋਈ ਸਿਧਾਂਤਕ ਗਲਤੀ ਨਹੀਂ। ਉਹ ਕਹਿੰਦੇ ਹੁਣ ਮੈਂ ਗੁਰੂ ਦਾ ਬੰਦਾ ਹੈ, ਬੰਦਾ ਸਿੰਘ ਤੇਰੇ ਸਾਹਮਣੇ ਖੜਾ ਹੈ। ਤੇ ਅੱਗੋਂ ਜਾਨਕੀ ਦਾਸ ਨੇ ਕਿਹਾ, ਨਹੀਂ ਨਹੀਂ, ਉਹ ਕਾਕਾ ਬੈਰਾਗੀਆਂ ਨੂੰ ਤਲਵਾਰ ਸ਼ੋਭਾ ਨਹੀਂ ਦਿੰਦੀ, ਨੇਜੇ ਚੰਗੇ ਨਹੀਂ ਲੱਗਦੇ, ਆਤੀਆਂ ਦੇ ਪੱਥੇ ਵਧੀਆ ਨਹੀਂ ਲੱਗਦੇ, ਆ ਮੁੱਛਾਂ ਨੂੰ ਤਾ ਦਿੱਤਾ ਹੋਇਆ ਚੰਗਾ ਨਹੀਂ ਲੱਗਦਾ, ਤੂੰ ਕਿਹੜੇ ਰਸਤੇ ਉੱਤੇ ਤੁਰ ਪਿਆ ਹੈ? ਅੱਗੋਂ ਮਾਧੋ ਦਾਸ ਨੇ ਕਿਹਾ, ਮੈਨੂੰ ਮੇਰਾ ਮੁਰਸ਼ਦ ਮਿਲ ਗਿਆ ਹੈ। ਉਹ ਕਹਿਣਗੇ ਜਾਨਕੀ ਦਾਸ ਤੇਰੀ ਵੀ ਤਾਂ ਤਿੰਨ ਹਿੱਸੇ, ਤੇਰੀ ਉਮਰ ਵੀ ਤਾਂ ਲੰਘੀ ਤੀਰਥਾਂ ਤੇ ਭਟਕਦੇ ਭਟਕਦੇ, ਮੈਨੂੰ ਜਿਹੜਾ ਬਾਪੂ ਮਿਲਿਆ ਆ ਮੈਂ ਤੈਨੂੰ ਉਹਦੇ ਨਾਲ ਮਿਲਾਵਾਂ। ਜਾਨਕੀ ਦਾਸ 2 ਕਦਮ ਪਛਾਂ ਹੋ ਗਿਆ, ਕਹਿੰਦਾ ਭਰਾਵਾ ਤੂੰ ਅਗਾਂਹ ਤੁਰੀ ਜਾ, ਮੈਂ ਇੱਥੇ ਠੀਕ ਹਾਂ। ਇਹਨਾਂ ਬੈਰਾਗੀਆਂ ਨੇ ਹਿੰਦੁਸਤਾਨ ਨੂੰ ਗੁਲਾਮ ਕਰਾਇਆ, ਇਹਨਾਂ ਬੈਰਾਗੀਆਂ ਨੇ ਲੋਕਾਂ ਦੀਆਂ ਇੱਜ਼ਤਾਂ ਲੁਟਾਈਆਂ, ਇਹਨਾਂ ਬੈਰਾਗੀਆਂ ਨੇ ਹਿੰਦੁਸਤਾਨ ਨੂੰ ਹਜ਼ਾਰਾਂ ਸਾਲ ਗੁਲਾਮੀ ਦੀ ਜੰਜੀਰਾਂ ਵਿੱਚ ਜਿਹੜਾ ਸੀ ਉਹ ਜਕੜੀ ਰੱਖਿਆ। ਜਿਹੜੇ ਲੋਕ ਕਹਿੰਦੇ ਨੇ ਬੰਦਾ ਬੈਰਾਗੀ ਸੀ, ਨਹੀਂ, ਬੈਰਾਗੀ ਮਰ ਗਿਆ ਸੀ ਮਾਧੋ ਦਾਸ ਦੇ ਰੂਪ ਦੇ ਵਿੱਚ। ਹੁਣ ਗੁਰਬਖਸ਼ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਪੈਦਾ ਹੋਇਆ। ਬੈਰਾਗੀ ਹੁੰਦੇ ਕੌਣ ਨੇ? ਆ ਪਿੱਛੇ ਜੇ ਇੱਕ ਬੈਰਾਗੀ ਨੇ, ਕਾਫੀ ਟਾਈਮ ਹੋ ਗਿਆ, ਮੈਂ ਉਦੋਂ ਕਾਲਜ ਪੜ੍ਹਦਾ ਸੀ, ਖੈਰ 2002 ਜਾਂ 3 ਦੇ ਕਰੀਬ ਉਹ ਗੱਲ ਹੋਵੇਗੀ। ਹੰਸਰਾਜ ਇੱਕ ਨਾਮ ਦਾ ਨੇਤਾ ਬੈਰਾਗੀ, ਉਹਨੇ ਐਲਾਨ ਕੀਤਾ ਸੀ ਕਿਸੇ ਗੱਲ ਤੋਂ, ਜੇ ਸਰਕਾਰ ਨੇ ਮੇਰੀ ਮੰਗ ਨਾ ਮੰਨੀ ਤੇ ਮੈਂ ਕੱਲ ਨੂੰ ਆਤਮ ਦਾਹ ਕਰ ਲਵਾਂਗਾ, ਆਤਮ ਹੱਤਿਆ ਕਰ ਲਵਾਂਗਾ। ਅਗਲੇ ਦਿਨ ਹੀ, ਕਿਉਂਕਿ ਮੰਗ ਤਾਂ ਮੰਨੀ ਨਹੀਂ ਸੀ ਗਈ ਉਹਦੀ, ਤੇ ਅਗਲੇ ਦਿਨ ਉਹਨੇ ਵਿਚਾਰੇ ਨੇ ਆਪਣਾ ਬਿਆਨ ਚੇਂਜ ਕਰ ਦਿੱਤਾ। ਕਹਿੰਦਾ ਨਹੀਂ, ਸਰਕਾਰ ਦੇ ਬੰਦੇ ਮੈਨੂੰ ਆ ਕੇ ਮਿਲੇ ਨੇ, ਹੁਣ ਮੈਂ ਆਤਮ ਦਾਹ ਨਹੀਂ ਕਰਨਾ। ਇੰਨੀ ਹਿੰਮਤ ਕਿੱਥੇ ਇਹਨਾਂ ਲੋਕਾਂ ਦੇ ਵਿੱਚ। ਮਾਧੋ ਦਾਸ ਦੇ ਰੂਪ ਵਿੱਚ ਬੰਦਾ ਜਿਹੜਾ ਸੀ ਬੈਰਾਗੀ ਸਿਸਟਮ ਖਤਮ ਹੋਇਆ। ਗੁਰਬਖਸ਼ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਹੋਇਆ। ਕਿਤੇ ਗੁਰੂ ਦੇ ਲਾਲ ਉੱਥੋਂ ਤੁਰੇ। ਕਨਸੈਪਟ ਜਿਹੜਾ ਨਵਾਂ ਸ਼ੁਰੂ ਹੋਇਆ, ਸਿਰ ਖੰਡੇ ਦਾ ਸਥਾਨ ਸੀ, ਉੱਥੇ ਜਾ ਕੇ ਫੌਜਾਂ ਪਹੁੰਚੀਆਂ। ਉੱਥੇ ਜਾ ਕੇ ਇਸ ਸਿੰਘ ਨੇ ਹੁਕਮਨਾਮੇ ਜਾਰੀ ਕੀਤੇ, ਗੁਰੂ ਦੇ ਨਾਮ ਦਾ ਵਾਸਤਾ ਪਾ ਕੇ ਮਾਝਾ, ਮਾਲਵਾ ਤੇ ਦੁਆਬਾ ਸਭ ਜਗ੍ਹਾ ਤੇ ਹੁਕਮਨਾਮੇ ਭੇਜੇ ਗਏ। ਸਿੰਘ ਧੜਾ ਧੜ ਇਕੱਠੇ ਹੋਣੇ ਸ਼ੁਰੂ ਹੋ ਗਏ ਕਿ ਗੁਰੂ ਦੀ ਬਖਸ਼ਿਸ਼ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਆ ਰਹੇ ਨੇ। ਬਾਬਾ ਜੀ ਨੂੰ ਇਹ ਵੀ ਰਸਤੇ ਵਿੱਚ ਪਤਾ ਲੱਗ ਵੀ ਗਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ ਨੇ, ਤੇ ਉਹਨਾਂ ਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਦਿੱਤੀ ਹੈ। ਇੱਥੇ ਇੱਕ ਹੋਰ ਮੈਂ ਗੱਲ ਕਵਾਂ, ਜਿੱਦਾਂ ਆ ਲੋਕ ਜਿਹੜੇ ਨਕਲੀ ਨੇ, ਨਕਲੀ ਕੂਕੇ ਜਾਂ ਕੋਈ ਹੋਰ, ਜਿਨ੍ਹਾਂ ਨੇ 12ਵਾਂ 13ਵਾਂ 14ਵਾਂ 15ਵਾਂ ਪਤਾ ਨਹੀਂ ਕਿੰਨੇ ਗੁਰੂ ਬਣਾਏ ਨੇ, ਜਿਹੜੇ ਗੁਰੂ ਬਣਾ ਕੇ ਬੈਠੇ, ਜਿਹੜੇ ਕਹਿੰਦੇ ਨਹੀਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਹੀਂ ਸੀ ਦਿੱਤੀ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤ ਹੀ ਨਹੀਂ ਸੀ ਸਮਾਏ, ਇਹ ਪਖੰਡੀ ਨੇ। ਇਹਨਾਂ ਪਖੰਡੀਆਂ ਦੇ ਮੂੰਹ ਲੱਗਣਾ ਹੀ ਨਹੀਂ ਅਸੀਂ ਲੋਕਾਂ ਨੇ, ਨਾ ਸਾਨੂੰ ਇਹਨਾਂ ਦੇ ਨਾਲ ਕੋਈ ਵਾਸਤਾ ਹੈ। ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੁਦ ਨੂੰ ਮੱਥੇ ਟਿਕਾਉਂਦੇ ਨੇ, ਆਪਣੀ ਵਡਿਆਈ ਕਰਾਉਂਦੇ ਨੇ, ਮੈਂ ਕਹਾਂਗਾ ਇਹ ਨਰਕੀ ਲੋਕ ਨੇ, ਇਹ ਘੁਮੰਡੀ ਲੋਕ ਨੇ, ਇਹ ਚੋਰ ਨੇ। ਆ ਪਿੱਛੇ ਜੇ ਮੈਂ ਇੱਕ ਸ਼ਬਦ ਕਹਿਤਾ ਸੀ, ਚੋਰ ਲੋਕ ਨੇ, ਜਿਹੜੇ ਦੇਹਧਾਰੀ ਲੋਕ ਨੇ, ਚੋਰ ਨੇ। ਤੇ ਕੁਝ ਲੋਕਾਂ ਨੇ ਮੈਨੂੰ ਘੇਰਿਆ, ਉਹ ਕਹਿੰਦੇ ਤੁਸੀਂ ਸ਼ਬਦ ਜਿਹੜਾ ਵਰਤਿਆ ਚੋਰ, ਇਹ ਕਾਹਦੇ ਵਾਸਤੇ? ਤੇ ਮੇਰਾ ਅਗਲਾ ਸਵਾਲ ਸੀ, ਗੁਰਮੁਖਾ, ਜਿਹੜਾ ਸਤਿਗੁਰੂ ਹੁੰਦਾ ਨਾ, ਗੁਰੂ ਹੁੰਦਾ ਹੈ, ਉਹਦਾ ਸਾਰਾ ਕੁਝ ਆਪਣਾ ਪਰਸਨਲ ਹੁੰਦਾ ਹੈ। ਗੁਰੂ ਨਾਨਕ ਨੇ ਬਾਣੀ ਆਪਣੀ ਉਚਾਰੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੱਕ ਇੱਕ ਸਾਡਾ ਗ੍ਰੰਥ ਕਾਇਮ ਹੋ ਚੁੱਕਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ। ਅਸੀਂ ਕਿਸੇ ਦਾ ਵੇਦਾਂਤ ਜਾਂ ਕਿਸੇ ਦੀਆਂ ਸ਼ਾਸਤਰੀਆਂ ਸਿਮਰਤੀਆਂ ਨਹੀਂ ਚੱਕੀਆਂ। ਜੇ ਵਾਕਈ ਤੁਸੀਂ ਗੁਰੂ ਹੋ, ਤੁਹਾਡੇ ਬਾਪੂ ਤੁਹਾਡੇ ਸਤਿਗੁਰੂ ਨੇ, ਤੇ ਉਹ ਕਥਾ ਤਾਂ ਗੁਰਬਾਣੀ ਦੀ ਕਰਦੇ ਨੇ।
ਆਪਣੇ ਸੱਤਾ ਸੰਗਾਂ ਦੇ ਵਿੱਚ ਗੱਲ ਤਾਂ ਗੁਰਬਾਣੀ ਦੀ ਕਰਦੇ। ਜੇ ਉਹਨਾਂ ਨੂੰ ਕੋਈ ਹਿੰਮਤ ਹੈ, ਉਹਨਾਂ 'ਚ ਕੁਝ ਹੈ, ਤਾਂ ਉਹਨਾਂ ਨੂੰ ਕਹੋ ਆਪਣੀ ਬਾਣੀ ਉਚਾਰਨ, ਆਪਣੀ ਬਾਣੀ ਦੀ ਕਥਾ ਕਰਨਗੇ ਗੁਰਬਾਣੀ ਦੀ, ਤੇ ਕਹਿਣਗੇ ਜੀ ਨਹੀਂ ਅਸੀਂ ਤੁਹਾਡੇ ਗੁਰੂ ਆ। ਅਸਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਹੋ ਹੀ ਨਹੀਂ ਸਕਦਾ। ਖੈਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਗੱਲ ਦਾ ਪਤਾ ਲੱਗਾ। ਸਰਖੰਡੇ ਦੇ ਅਸਥਾਨ ਤੋਂ ਹੁਕਮਨਾਮੇ ਜਾਰੀ ਕੀਤੇ ਗਏ। ਉੱਥੋਂ ਦੇ ਬੇਅੰਤ ਜਿਹੜੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆਏ, ਉਹਨਾਂ ਨੇ ਆ ਕੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਕਲਗੀਆਂ ਵਾਲੇ ਬਾਪੂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਏ ਹੋ। ਜ਼ਾਲਮ ਸਾਨੂੰ ਰਾਤ ਨੂੰ ਸੌਣ ਨਹੀਂ ਦਿੰਦੇ, ਦਿਨੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਦੇ ਨੇ, ਸਾਡੀ ਰਖਵਾਲੀ ਕਰੋ। ਉੱਥੇ ਪਿੰਡਾਂ ਵਿੱਚ ਜ਼ਾਲਮਾਂ ਨੂੰ ਸੋਧਾ ਲਾਇਆ। ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਤੁਰੇ, ਕਹਿੰਦੇ ਸੋਨੀਪਤ ਦੇ ਸਥਾਨ ਤੇ ਆ ਪਹੁੰਚੇ। ਸੋਨੀਪਤ ਜਦੋਂ ਆਏ, ਉੱਥੋਂ ਦੇ ਬ੍ਰਾਹਮਣ ਸਤਿਗੁਰਾਂ ਦਾ ਵਾਸਤਾ ਪਾ ਕੇ ਬਾਬਾ ਜੀ ਦੇ ਕੋਲ ਆਏ। ਉਹਨਾਂ ਨੇ ਵੀ ਆ ਕੇ ਬੇਨਤੀ ਕੀਤੀ, ਜਾਂ ਤਾਂ ਸਾਨੂੰ ਆਪਣੀ ਤਲਵਾਰ ਨਾਲ ਹੀ ਮਾਰ ਦਿਓ ਤੇ ਜਾਂ ਫਿਰ ਸਾਨੂੰ ਬਚਾ ਲਓ, ਸਾਡੀਆਂ ਇੱਜ਼ਤਾਂ ਹੀ ਨਹੀਂ ਕਾਇਮ ਰਹੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਬੇਅੰਤ ਜਿਹੜੇ ਹਮਲਾਵਰ ਸੀ, ਇਦਾਂ ਦੇ ਜ਼ਾਲਮ ਲੋਕ ਸਨ, ਉਹਨਾਂ ਨੂੰ ਸੋਧਾ ਲਾਇਆ। ਥੋੜਾ ਜਿਹਾ ਅਗਾਂਹ ਤੁਰੇ, ਉੱਥੋਂ ਉਹਨਾਂ ਨੂੰ ਇੱਕ ਤੋਪ ਮਿਲੀ। ਅੱਜ ਤੱਕ ਸਿੱਖ ਤਲਵਾਰਾਂ ਨਾਲ ਲੜਦੇ ਆ ਰਹੇ ਸੀ, ਪਹਿਲੀ ਤੋਪ ਸਿੱਖਾਂ ਨੂੰ ਮਿਲੀ ਸੋਨੀਪਤ ਤੋਂ ਅੱਗੇ ਆ ਕੇ। ਉਹ ਤੋਪ ਸਿੰਘਾਂ ਨੇ ਆਪਣੇ ਕੋਲ ਰੱਖ ਲਈ। ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਇੱਕ ਤੋਪ ਆ ਗਈ, ਬੇਅੰਤ ਸਿੰਘ ਆ ਗਏ। ਉੱਥੇ ਰੁਕੇ ਸਨ ਬਾਬਾ ਜੀ। ਕਹਿੰਦੇ ਰਾਤ ਪਈ, ਸ਼ਾਮ ਪਈ। ਮੈਂ ਪਿਛਲੇ ਸਥਾਨ ਤੇ ਗੁਰਦੁਆਰੇ 'ਚ ਵੀ ਇਹ ਘਟਨਾ ਦੱਸ ਕੇ ਆਇਆ। ਮੈਂ ਚਾਹੁੰਦਾ ਮੈਂ ਇੱਥੇ ਵੀ ਤੁਹਾਡੇ ਸਾਹਮਣੇ ਹਾਜ਼ਰ ਕਰਾਂ ਜ਼ਰੂਰ। ਸ਼ਾਮ ਪਈ, ਸਿੰਘਾਂ ਨੇ ਦੇਗਾਂ ਤਿਆਰ ਕੀਤੀਆਂ। ਇੱਕ ਸ਼ਬਦ ਹੁੰਦਾ ਦੇਗ ਤੇਗ ਫਤਿਹ। ਪਰਸੋਂ ਚੌਥ ਕਿਸੇ ਦਾ ਫੋਨ ਆਇਆ ਤੇ ਉਹਨਾਂ ਦਾ ਸਵਾਲ ਸੀ ਵੀ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨਾ ਹੋਵੇ ਤੇ ਕੀ ਦੇਗ ਬਣਾਉਣੀ ਚਾਹੀਦੀ, ਕੜਾਹ ਪ੍ਰਸ਼ਾਦ ਬਣਾਉਣਾ ਚਾਹੀਦਾ ਹੈ? ਤੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਤਾਂ ਸੰਗਤ ਆਉਂਦੀ ਹੈ ਕੜਾਹ ਪ੍ਰਸ਼ਾਦ ਬਣਾਓ, ਜੇ ਸੰਗਤ ਹੀ ਨਹੀਂ ਉੱਥੇ ਤੇ ਕੜਾਹ ਪ੍ਰਸ਼ਾਦ ਬਣਾ ਕੇ ਭਾਈ ਗਰਮ ਕਰਕੇ ਤੁਹਾਨੂੰ ਬਾਅਦ ਚ ਖਾਣਾ ਪੈਣਾ, ਫਿਰ ਨਾ ਬਣਾਓ। ਉਹਨਾਂ ਨੇ ਮੈਨੂੰ ਅੱਗੋਂ ਸਵਾਲ ਕੀਤਾ ਵੀ ਜਿਹੜੀ ਦੇਗ ਤੇਗ ਹੈ ਇਹਦਾ ਕੀ ਮਤਲਬ, ਫਿਰ ਬਣਾਉਣੀ ਚਾਹੀਦੀ ਜ਼ਰੂਰੀ? ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਦੇਗ ਦਾ ਮਤਲਬ ਕੀ ਹੁੰਦਾ? ਦੇਗੇ ਹੁੰਦੇ ਸੀ, ਇੱਕ ਭਾਂਡੇ ਹੁੰਦੇ ਸੀ ਪਹਿਲਾਂ ਉਹਦੇ 'ਚ ਦਾਲਾਂ ਆਦਿਕ ਲੰਗਰ ਤਿਆਰ ਕੀਤਾ ਜਾਂਦਾ ਸੀ। ਉਹਦੇ ਤੋਂ ਹੀ ਇਹ ਸ਼ਬਦ ਜਿਹੜਾ ਸੀ ਪੱਕੇ ਤੌਰ ਤੇ ਸਾਡੇ ਨਾਲ ਜੁੜ ਗਿਆ, ਕਿਉਂਕਿ ਸਿੰਘ ਹੀ ਇਹਨੂੰ ਇਸਤੇਮਾਲ ਕਰਦੇ ਸੀ ਦੇਗਾਂ ਨੂੰ। ਤੇ ਮੈਂ ਕਹਾਂਗਾ ਬਣਾਈਆਂ ਵੀ ਸ਼ਾਇਦ ਸਿੰਘਾਂ ਨੇ ਹੀ ਹੋਣੀਆਂ ਨੇ। ਤੇ ਸ਼ਬਦ ਲੰਗਰ ਵਾਸਤੇ ਤੁਰ ਪਿਆ ਸੀ ਦੇਗ, ਤੇਗ ਤਲਵਾਰ, ਫਤਿਹ ਦਾ ਮਤਲਬ ਜਿੱਤ। ਬਾਬਾ ਜੀ ਨੇ ਆਖਿਆ ਕਹਿੰਦੇ ਵਾਹਿਗੁਰੂ ਦੇਗ ਵੀ ਤੇਰੇ ਨਾਮ ਤੇ ਚੱਲਦੀ ਹੈ, ਤੇਗ ਵੀ ਤੇਰੇ ਨਾਮ ਤੇ ਚੱਲਦੀ ਹੈ ਤੇ ਫਤਿਹ ਵੀ ਤੇਰੀ ਕਿਰਪਾ ਦੇ ਨਾਲ ਹੋਈ ਹੈ। ਸੋ ਦੇਗ, ਤੇਗ ਤੇ ਫਤਿਹ ਇਹ ਤਿੰਨੇ ਹੀ ਸ਼ਬਦ ਵੱਡਮੁੱਲੇ ਨੇ ਜਿਹੜੇ ਸਿੱਖ ਇਤਿਹਾਸ ਨਾਲ ਜੁੜ ਗਏ। ਸ਼ਾਮ ਹੋਈ, ਦੇਗ ਤਿਆਰ ਹੋਈ, ਅਜੇ ਛਕਣ ਲੱਗੇ ਨੇ ਕਿ ਕਪੂਰੀ ਦੇ ਬ੍ਰਾਹਮਣ ਆ ਗਏ। ਕਪੂਰੀ ਇੱਕ ਸ਼ਹਿਰ ਸੀ, ਕਪੂਰੀ ਦੇ ਬ੍ਰਾਹਮਣ ਆਏ। ਉਹਨਾਂ ਨੇ ਆ ਕੇ ਬੇਨਤੀ ਕੀਤੀ ਸਾਡੇ ਸ਼ਹਿਰ ਦਾ ਜਿਹੜਾ ਨਵਾਬ ਹੈ, ਹਾਕਮ ਹੈ, ਉਹਦੇ ਅਸੀਂ ਸਤਾਏ ਹੋਏ ਹਾਂ। ਜਿਹੜੀ ਉਹਨਾਂ ਦੇ ਬਾਬਾ ਜੀ ਦੇ ਸਾਹਮਣੇ ਗੱਲ ਰੱਖੀ, ਮੈਂ ਕਹਾਂਗਾ ਤੁਹਾਡੇ ਸਾਹਮਣੇ ਰੱਖਾਂ, ਅੰਦਰ ਜ਼ਰੂਰ ਤੁਹਾਡੇ ਕੰਮਣਗੇ। ਉਸ ਨਵਾਬ ਨੇ ਹੁਕਮ ਦੇ ਰੱਖਿਆ ਸੀ ਜਿਹੜੇ ਹਿੰਦੂ ਦੀ ਲੜਕੀ ਬਾਲਗ ਹੋ ਜਾਵੇ, ਭਾਵ ਵਿਆਹਣ ਯੋਗ ਹੋ ਜਾਵੇ ਨਾ, ਤੇ ਉਹਦੇ ਵਿਆਹ ਤੋਂ ਪਹਿਲਾਂ ਉਹ ਮੈਨੂੰ ਮੇਰੀ ਹਵੇਲੀ 'ਚ ਭੇਜੋ। ਔਰ ਭੇਜਿਆ ਜਾਂਦਾ ਸੀ, ਜ਼ਬਰਦਸਤੀ ਉਠਵਾ ਲਿਆ ਜਾਂਦਾ ਸੀ। ਜਿਹੜੇ ਮਾਤਾ ਪਿਤਾ ਦੇ ਪਿਓ ਦੇ ਸਾਹਮਣੇ ਉਹਦੀ ਧੀ ਦੀ ਇੱਜ਼ਤ ਹੀ ਨਾ ਹੋਵੇ, ਉਹ ਪਿਓ ਤਾਂ ਮਰ ਜਾਵੇ। ਇੱਜ਼ਤ ਜ਼ਰੂਰੀ ਹੈ, ਜੂਣਾ ਜ਼ਰੂਰੀ ਨਹੀਂ ਹੈ। ਸਤਿਗੁਰੂ ਨੇ ਕਿਹਾ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਗਾਏ। ਉਹ ਕਹਿੰਦੇ ਸਾਨੂੰ ਮਾਰ ਦਿਓ, ਅਸੀਂ ਤਾਂ ਪਹਿਲੇ ਹੀ ਮਰੇ ਹੋਏ ਆ। ਬਾਬਾ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਕਹਿੰਦੇ ਖਾਣਾ ਭੁੱਲ ਗਿਆ। ਭਾਈ ਸਾਹਿਬ ਭਾਈ ਰਣ ਸਿੰਘ ਨੂੰ ਆਵਾਜ਼ ਮਾਰੀ, ਰਣ ਸਿੰਘਾ ਲੰਗਰ ਸਟਾਪ ਲਾ ਦਿਓ, ਲੰਗਰ ਕੱਲ ਆ ਕੇ ਛਕਾਂਗੇ, ਪਹਿਲਾਂ ਕਪੂਰੀ ਦੇ ਨਵਾਬ ਦਾ ਸਿਰ ਵੱਢਣਾ ਹੈ। ਕਹਿੰਦੇ ਗੱਲ ਸੁਣ ਕੇ ਸਿੰਘ ਚੱਲ ਪਏ। ਮੈਂ ਬੇਨਤੀ ਕਰਾਂ ਭੋਲਿਓ, ਕਿਸੇ ਦੂਜੇ ਦੀ ਇੱਜ਼ਤ ਬਚਾਉਣ ਵਾਸਤੇ, ਕਿਸੇ ਦੂਜੇ ਦੀਆਂ ਲੜਕੀਆਂ ਦੀ ਇੱਜ਼ਤ ਬਚਾਉਣ ਵਾਸਤੇ, ਕਿਸੇ ਦੂਜੇ ਦੀ ਪੱਗ ਸਲਾਮਤ ਰੱਖਣ ਵਾਸਤੇ, ਕਿਸੇ ਦੂਜੇ ਦੀ ਚੁੰਨੀ ਸਿਰ ਤੇ ਸਲਾਮਤ ਰੱਖਣ ਵਾਸਤੇ ਉਸ ਰਾਤ ਸਿੰਘਾਂ ਨੇ ਹਮਲਾ ਕੀਤਾ ਤੇ 7 ਸਿੰਘ ਸ਼ਹਾਦਤ ਦਾ ਜਾਮ ਪੀ ਕੇ। ਇਹ ਉਹੀ ਲੋਕ ਸਨ ਜਿਨ੍ਹਾਂ ਨੇ ਬਾਅਦ ਵਿੱਚ 1984 ਵਿੱਚ ਦਿੱਲੀ ਦੀਆਂ ਬਾਜ਼ਾਰਾਂ ਵਿੱਚ ਸਾਡੀਆਂ ਮਾਵਾਂ ਭੈਣਾਂ ਧੀਆਂ ਦੀ ਇੱਜ਼ਤ ਨਿਲਾਮ ਕੀਤੀ, ਜਿਨ੍ਹਾਂ ਦੀਆਂ ਇੱਜ਼ਤਾਂ ਬਚਾਉਂਦੇ ਹੋਏ ਸਿੱਖ ਸ਼ਹੀਦ ਹੋ ਗਏ। ਇਸ ਘਟਨਾ ਤੋਂ ਮੈਨੂੰ ਇੱਕ ਘਟਨਾ ਯਾਦ ਆ ਗਈ। ਜਲਾਲਾਬਾਦ ਦਾ ਇੱਕ ਬ੍ਰਾਹਮਣ ਮੰਜੀ ਸਾਹਿਬ ਦੀ ਧਰਤੀ ਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕੋਲ ਆਇਆ। ਉਹਨੇ ਆ ਕੇ ਬੇਨਤੀ ਕੀਤੀ, ਬਾਬਾ ਜੀ ਮੇਰੀ ਲੜਕੀ ਨੂੰ ਵਰਗਲਾ ਕੇ ਇੱਕ ਹਿੰਦੂ ਨੌਜਵਾਨ ਲੈ ਗਿਆ ਹੈ, ਉਹ ਵੀ ਬ੍ਰਾਹਮਣ, ਉਹ ਵੀ ਦੂਜਾ ਹੀ ਬ੍ਰਾਹਮਣ ਖੰਡ ਵਾਲਾ ਵੀ। ਬਾਬਾ ਜੀ ਕਹਿਣਗੇ ਮੈਂ ਕੀ ਕਰ ਸਕਦਾ ਹਾਂ? ਉਹ ਕਹਿੰਦੇ ਨੇ ਮੈਂ ਚਾਹੁੰਦਾ ਮੇਰੀ ਲੜਕੀ ਦੀ ਇੱਜ਼ਤ ਤੁਸੀਂ ਰੱਖੋ।
ਕਹਿੰਦੇ ਨੇ ਬਾਬਾ ਜਰਨੈਲ ਸਿੰਘ ਜੀ ਨੇ ਸਪੀਚ ਕੀਤੀ, ਉਸ ਟਾਈਮ ਸੰਗਤ ਬਹੁਤ ਹੁੰਦੀ ਸੀ ਉਹਨਾਂ ਦੇ ਟਾਈਮ, ਸਪੀਚ ਕੀਤੀ। ਇਹਨਾਂ ਗੱਲਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ, ਇਗਨੋਰ ਨਹੀਂ ਕਰਨਾ ਚਾਹੀਦਾ, ਲੋਕਾਂ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ। ਲੋਕਾਂ ਨੂੰ ਪਤਾ ਲੱਗੇ, ਜਿਹੜੇ ਲੋਕ ਕਹਿੰਦੇ ਨੇ ਦੇਖੋ ਜੀ ਬਾਬਾ ਜਰਨੈਲ ਸਿੰਘ ਅੱਤਵਾਦੀ ਸੀ, ਉਹਨੇ 35,000 ਹਿੰਦੂ ਕਤਲ ਕੀਤਾ, ਉਹਨੇ ਬਹੁਤ ਲੋਕਾਂ ਦਾ ਖੂਨ ਡੋਲਿਆ। ਕਹਿੰਦੇ ਜਦੋਂ ਆ ਕੇ ਉਹਨੇ ਕਿਹਾ ਤੇ ਬਾਬਾ ਜੀ ਨੇ ਸਪੀਚ ਕੀਤੀ, ਤੇ ਸਪੀਚ ਵਿੱਚ ਪਤਾ ਕੀ ਕਿਹਾ ਸੀ, ਜੇ 24 ਘੰਟਿਆਂ ਦੇ ਅੰਦਰ ਅੰਦਰ ਤੇਰੀ ਲੜਕੀ ਤੇਰੇ ਘਰ ਵਿੱਚ ਨਾ ਆਈ ਤੇ ਲੜਕੀ ਚੁੱਕ ਕੇ ਲੈ ਜਾਣ ਵਾਲਿਆਂ ਦੇ ਪਰਿਵਾਰ ਦਾ ਇੱਕ ਮੈਂਬਰ ਵੀ ਜਿਉਂਦਾ ਨਹੀਂ ਰਹੇਗਾ। ਇਹ ਸਿੰਘ ਦਾ ਰਾਧਾ ਸੀ। ਕਹਿੰਦੇ 7.5 ਘੰਟੇ ਹੋਏ, ਉਹ ਲੜਕਾ ਨੱਕ ਦੀਆਂ ਲਕੀਰਾਂ ਕੱਢਦਾ ਹੋਇਆ ਸਾਹਮਣੇ ਆਇਆ ਤੇ ਲੜਕੀ ਉਹਦੇ ਬਾਪ ਦੇ ਹਵਾਲੇ ਕਰ ਦਿੱਤੀ ਗਈ। ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਉਹ ਅੱਤਵਾਦੀ ਸੀ, ਉਹਨੇ ਹਿੰਦੂ ਬੜੇ ਮਾਰੇ, 35,000 ਹਿੰਦੂਆਂ ਦਾ ਕਾਤਲ ਉਹਨਾਂ ਨੂੰ ਕਿਹਾ ਜਾਂਦਾ ਹੈ। ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ। ਨਹੀਂ, ਉਹ ਕੋਈ ਅੱਤਵਾਦੀ ਨਹੀਂ ਸੀ। ਉਹਨਾਂ ਦਾ ਸਿੱਧਾ ਸਿਧਾਂਤ ਸੀ, ਜੀਓ ਤੇ ਜਿਉਣ ਦਿਓ, ਪਿਆਰ ਨਾਲ ਰਹੋ, ਪਿਆਰ ਨਾਲ ਰਹਿਣ ਦਿਓ, ਅਣਖ ਨਾਲ ਰਹੋ, ਅਣਖ ਨਾਲ ਸਾਨੂੰ ਰਹਿਣ ਦਿਓ, ਆਪਣੀਆਂ ਇੱਜ਼ਤਾਂ ਬਚਾਓ, ਸਾਨੂੰ ਸਾਡੀਆਂ ਇੱਜ਼ਤਾਂ ਜਿਹੜੀਆਂ ਸੀ ਉਹ ਬਚਾਉਣ ਦਿਓ, ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਦੇ, ਤੁਸੀਂ ਸਾਡੇ ਵਾਸਤੇ ਕਿਉਂ ਗਲਤ ਬੋਲਦੇ ਹੋ। ਤੇ ਭੋਲੇ ਦੂਜੀ ਗੱਲ ਸਪਸ਼ਟ ਹੈ, ਜੇਕਰ ਕੋਈ ਚੜ ਕੇ ਆਵੇਗਾ ਤਾਂ ਸਿੱਖ ਨੇ ਤਾਂ ਮਹਾਤਮਾ ਗਾਂਧੀ ਵਾਂਗੂ ਇਹ ਨਹੀਂ ਕਹਿਣਾ ਵੀ ਪਹਿਲਾਂ ਸੱਚੀ ਗੱਲ ਤੇ ਚਪੇੜ ਮਾਰ, ਲੈ ਹੁਣ ਮੇਰੀ ਖੱਬੀ ਗੱਲ ਤੇ ਚਪੇੜ ਮਾਰ, ਕਿਉਂਕਿ ਅਸੀਂ ਮਹਾਤਮਾ ਗਾਂਧੀ ਦੇ ਚੇਲੇ ਥੋੜੀ, ਅਸੀਂ ਕਲਗੀਆਂ ਵਾਲੇ ਦੇ ਸਰਦਾਰ ਹਾਂ। ਜੇਕਰ ਕੋਈ ਪਿਆਰ ਨਾਲ ਨਹੀਂ ਮੰਨਦਾ ਫਿਰ ਸੋਧਾ ਲਾਉਣਾ ਕੋਈ ਮਾੜੀ ਗੱਲ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਨੇ ਕਪੂਰੀ ਦੇ ਨਵਾਬ ਨੂੰ ਸੋਧਾ ਲਾਇਆ। ਉੱਥੋਂ ਦੇ ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੈ ਜੈਕਾਰ ਕੀਤੀ, ਬੜਾ ਖਜ਼ਾਨਾ ਵੀ ਉੱਥੋਂ ਉਹਨਾਂ ਨੂੰ ਮਿਲਿਆ। ਕਹਿੰਦੇ ਗੁਰੂ ਦੇ ਪਿਆਰੇ ਲਾਲ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਤੁਰੇ, ਘੁੜਾਮ ਜਿੱਤਿਆ, ਸਢੌਰਾ ਜਿੱਤਿਆ, ਜਾਂ ਹੋਰ ਜਿਹੜੇ ਇਲਾਕੇ ਸਨ ਉਹਨਾਂ ਨੂੰ ਜਿੱਤਿਆ। ਜਿੱਤਣ ਤੋਂ ਬਾਅਦ ਉਹਨਾਂ ਨੇ ਆਪਣਾ ਰੁਖ ਪਤਾ ਕਿੱਧਰ ਕੀਤਾ, ਸਰਹੰਦ ਦੇ ਵੱਲ। ਫੌਜਾਂ ਤਿਆਰ ਹੋ ਗਈ। ਮੈਂ ਸੰਖੇਪ ਜੀ ਵਿਚਾਰ ਕਰਕੇ ਗਾਂ ਤੁਰਿਆ ਹੈ ਤਾਂ ਕਿ ਇੱਕ ਲੜੀ ਵੱਜੀ ਰਵੇ ਕਿ ਸਾਨੂੰ ਸਮਝ ਆਉਂਦੀ ਰਵੇ ਵੀ ਕਿੱਦਾਂ ਕਿੱਦਾਂ ਉਹਨਾਂ ਯੋਧਿਆਂ ਨੇ ਆਪਣੀਆਂ ਜਾਨਾਂ ਵਾਰੀਆਂ। ਕਹਿੰਦੇ ਸਰਹੰਦ ਦੇ ਆਸੇ-ਪਾਸੇ ਜਦੋਂ ਸਿੰਘਾਂ ਨੇ ਇੱਕ ਦੀਵਾਰ ਖੜੀ ਕਰ ਦਿੱਤੀ ਆਪਣੀਆਂ ਜਾਨਾਂ ਦੀ, ਤੇ ਵਜ਼ੀਰ ਖਾਨ ਨੇ ਇੱਕ ਏਲਚੀ ਭੇਜਿਆ। ਪੁਰਾਣੇ ਟਾਈਮ ਵਿੱਚ ਏਲਚੀ ਕਿਹਾ ਜਾਂਦਾ ਸੀ, ਜਿਹਨਾਂ ਨੂੰ ਚਿੱਠੀਆਂ ਆਦਿਕ ਦੇ ਕੇ ਭੇਜਿਆ ਜਾਂਦਾ ਸੀ ਵੀ ਆਪਣੀ ਸੁਲਹ ਸਫਾਈ ਹੋਣੇ ਵੀ ਕਰ ਲਓ, ਨਹੀਂ ਤੇ ਕੰਮ ਖਰਾਬ ਹੋਣ ਵਾਲਾ। ਕਹਿੰਦੇ ਏਲਚੀ ਭੇਜਿਆ ਚਿੱਠੀ ਦੇ ਕੇ, ਤੇ ਏਲਚੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲਿਆ। ਉਹਦੇ ਵਿੱਚ ਉਹਨੇ ਲਿਖਿਆ ਸੀ, ਬੰਦਾ ਸਿਆ ਮੈਂ ਤੇਰੇ ਗੁਰੂ ਨੂੰ ਪਹਿਲਾਂ ਆਨੰਦਪੁਰ ਵਿੱਚੋਂ ਕੱਢਿਆ। ਉਹਦੇ ਸ਼ਬਦ ਸਨ, ਮੈਂ ਤੇਰੇ ਗੁਰੂ ਨੂੰ ਪਹਿਲਾਂ ਆਨੰਦਪੁਰ ਵਿੱਚੋਂ ਕੱਢਿਆ, ਫਿਰ ਮੈਂ ਤੇਰੇ ਗੁਰੂ ਨੂੰ ਚਮਕੌਰ ਵਿੱਚੋਂ ਵਧਾਇਆ, ਤੇਰਾ ਗੁਰੂ ਉਹ ਦੱਖਣ ਵਿੱਚ ਜਾ ਵਾੜਿਆ, ਤੇਰੇ ਗੁਰੂ ਨੂੰ ਉੱਥੇ ਵੀ ਚੈਨ ਨਾ ਲੈਣ ਦਿੱਤਾ, ਆਖਰਕਾਰ ਤੁਹਾਨੂੰ ਮੈਂ ਲੋਹੇ ਦੇ ਚਣੇ ਚਬਾ ਦਿੱਤੇ। ਜਦੋਂ ਇਹ ਸ਼ਬਦ ਉਹਨੇ ਕਿਹਾ ਨਾ, ਤੇ ਬਾਬਾ ਜੀ ਨੇ ਇੱਕ ਬੈਗ ਚਿੱਠੀ ਲਿਖੀ ਉਹਨੂੰ। ਉਹਦੇ 'ਚ ਲਿਖਿਆ ਸੀ, ਵਜ਼ੀਰ ਖਾਂ ਭਾਈ ਤਿਆਰੀ ਕਰ ਜੰਗ ਦੀ। ਲੋਹੇ ਦੀਆਂ ਦੰਦਾਂ ਦੇ ਨਾਲ ਅਨਾਜ ਦੇ ਦਾਣੇ ਚਬਾਏ ਜਾਂਦੇ ਨੇ। ਜਿਹੜੇ ਦਾਣੇ ਫੌਲਾਦ ਦੇ ਬਣੇ ਹੋਣ ਉਹਨਾਂ ਨੂੰ ਲੋਹੇ ਦੀਆਂ ਦੰਦਾਂ ਨਾਲ ਚਬਾਇਆ ਨਹੀਂ ਜਾਂਦਾ। ਫੌਲਾਦ ਦੇ ਦਾਣੇ ਲੋਹੇ ਦੇ ਦੰਦਾਂ ਨੂੰ ਖਤਮ ਕਰ ਦਿੰਦੇ ਨੇ, ਕੱਢ ਦਿੰਦੇ ਨੇ ਮੂੰਹ ਦੇ ਵਿੱਚੋਂ ਹੀ। ਤੂੰ ਆਪਣੀ ਤਿਆਰੀ ਕਰ। ਇਹ ਚਿੱਠੀ ਏਲਚੀ ਲੈ ਕੇ ਉੱਥੇ ਪਹੁੰਚਿਆ। ਕਹਿੰਦੇ ਨੇ ਸਰਹੰਦ ਫਤਿਹ ਹੋਈ, ਕਿਉਂਕਿ ਬੜੀ ਲੰਮੀ ਦਾਸਤਾਨ ਇਸ ਗੱਲ ਦੀ। ਸਰਹੰਦ ਫਤਿਹ ਹੋਈ, ਵਜ਼ੀਰ ਖਾਨ ਦੇ 2 ਟੋਟੇ ਕਰਕੇ ਰੱਖ ਦਿੱਤੇ ਗਏ। ਸੁੱਚਾ ਆਨੰਦ ਵਰਗਿਆਂ ਨੂੰ ਸੋਧਾ ਲਾਇਆ ਗਿਆ, ਉਹਨਾਂ ਦੇ ਨੱਕ 'ਚ ਨਕੇਲ ਪਾਈ ਗਈ, ਮੂੰਹ ਕਾਲੇ ਕਰ ਕਰਕੇ ਉਹਨਾਂ ਨੂੰ ਖੋਤਿਆਂ ਉੱਤੇ ਸਰਹੰਦ ਵਿੱਚ ਘੁਮਾਇਆ ਗਿਆ। ਉਹ ਜਿਹੜੇ ਲੋਕ ਜਿਨ੍ਹਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਸ਼ਹੀਦ ਹੁੰਦਿਆਂ ਹੋਇਆ ਵੇਖੇ, ਆਹ ਦਾ ਨਾਰਾ ਨਹੀਂ ਸੀ ਮਾਰਿਆ, ਕਿਤੇ ਰੋਏ ਤੱਕ ਨਹੀਂ ਸੀ, ਉਹਨਾਂ ਨੂੰ ਭੁਗਤਾਈਆਂ, ਉਹਨਾਂ ਨੂੰ ਫਿਰ ਸਜ਼ਾਵਾਂ ਦਿੱਤੀਆਂ, ਤੇ ਗੁਰੂ ਕੀ ਲਾਡਲੀ ਫੌਜ ਦਾ ਰਾਜ ਕਾਇਮ ਹੋਇਆ। ਸਰਹੰਦ ਨੂੰ ਜਿਤਨਾ ਕੋਈ ਮਾੜੀ ਮੋਟੀ ਗੱਲ ਸੀ, ਇਤਿਹਾਸਕਾਰ ਕਹਿੰਦੇ 22 ਪਰਗਣੇ ਸੀ ਉਸ ਟਾਈਮ, 22 ਸ਼ਹਿਰ ਸਰਹੰਦ ਦੇ ਅੰਡਰ ਸੀ। ਤੇ ਤੁਸੀਂ ਆਪ ਹਿਸਾਬ ਲਾ ਲਓ ਕਿ ਕਰੋੜਾਂ ਰੁਪਈਆਂ ਦੀ ਆਮਦਨ ਤਾਂ ਕੱਲੀ ਸਰਹੰਦ ਨੂੰ ਸੀ, ਤੇ ਸਰਹੰਦ ਦੂਜੇ ਨੰਬਰ ਦੀ ਸਰਕਾਰ ਸੀ ਹਿੰਦੁਸਤਾਨ ਦੀ, ਦਿੱਲੀ ਤੋਂ ਬਾਅਦ। ਐਡੀ ਵੱਡੀ ਸਰਕਾਰ ਨੂੰ ਫਤਿਹ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਔਰ ਸਿੰਘਾਂ ਨੇ ਕਈ ਵਾਰ ਇੱਟ ਨਾਲ ਇੱਟ ਸਰਹੰਦ ਦੀ ਖੜਕਾਈ। ਸਰਹੰਦ ਨੂੰ ਜਿੱਤਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਹੋਰ ਕਈ ਇਲਾਕੇ ਜਿੱਤੇ, ਜਿੱਦਾਂ ਸਮਾਣਾ ਵੀ ਜਿੱਤਿਆ। ਸਮਾਣੇ ਦੇ ਸ਼ਹੀਦਾਂ ਨੂੰ ਸੋਧਾ ਲਾਇਆ, ਜਿਹੜੇ ਜਲਾਦ ਸਨ ਉਹਨਾਂ ਨੂੰ ਸੋਧਾ ਲਾਇਆ ਗਿਆ। ਉਹਦੇ ਤੋਂ ਬਾਅਦ ਲੋਹਗੜ੍ਹ ਨੂੰ ਜਿੱਤਣ ਤੋਂ ਬਾਅਦ ਉੱਥੇ ਆਪਣੀ ਰਾਜਧਾਨੀ ਕਾਇਮ ਕੀਤੀ। ਗੁਰੂ ਦੇ ਨਾਂ ਦੀ ਕਰੰਸੀ ਜਾਰੀ ਕੀਤੀ ਗਈ। ਸਿੱਖ ਕੌਮ ਦਾ ਝੰਡਾ ਲਹਿਰਾਇਆ ਗਿਆ। ਆਸੇ-ਪਾਸੇ ਜਿੱਥੇ ਵੀ ਪੰਜਾਬ ਵਿੱਚ ਦੇਖਦੇ ਸੀ, ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੁਣਨ ਨੂੰ ਮਿਲਦਾ ਸੀ, ਕਿਉਂਕਿ ਚਾਰੇ ਪਾਸੇ ਸਿੱਖ ਰਾਜ ਕਾਇਮ ਹੋ ਗਿਆ। ਇਹ ਮੈਂ ਕਹਾਂਗਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਸੀ। ਇੱਥੇ ਸਾਡਾ ਦੂਜਾ ਕਨਸੈਪਟ ਖਤਮ ਹੁੰਦਾ ਹੈ।
क्योंकि तीजा है शहीदी वाला। इत्थे गल समाप्त हुई, पर दो तीन गल्लां ने जिहड़ियां मैं तुहाडे नाल साझियां करनी चाहुंदा। हो सकदा कल नूं मैं ना ही रवां, हो सकदा है वाहिगुरू मैनूं मौका ही ना देवे ते मैं समझांगा भी जे मैं तुहाडे नाल ਇਹ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਤੇ ਜੇ ਉਹ ਰਹਿ ਗਈਆਂ ਜਿਹੜੀਆਂ ਗਲਤ ਫਹਿਮੀਆਂ ਨੇ ਤੇ ਮੇਰੀ ਕਥਾ ਕਰਨ ਦਾ ਕੋਈ ਫਾਇਦਾ ਹੀ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪਹਿਲੀ ਗੱਲ ਜੋੜੀ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵਿਆਹ ਨਾ ਕਰਾਵੀਂ ਤੇ ਚੜ੍ਹਦੀ ਕਲਾ ਹੋਵੇਗੀ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਵਿਆਹ ਸੀ, ਜਿਨ੍ਹਾਂ ਦੇ ਆਪਣੇ ਬੱਚੇ ਸਨ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਕਿਸੇ ਸਿੱਖ ਨੂੰ ਨਹੀਂ ਸੀ ਕਹਿ ਸਕਦੇ ਵੀ ਕਾਕਾ ਵਿਆਹ ਨਾ ਕਰਾਈ। ਪਹਿਲੀ ਗੱਲ ਤਾਂ ਇਹ ਗਲਤ। ਕੁਝ ਲੋਕਾਂ ਨੇ ਕਿਤਾਬਾਂ ਬੜੀ ਲਿਖੀਆਂ, ਮੈਂ ਕਈ ਵਾਰ ਕਿਹਾ ਕਰਦਾ ਲੋਕਾਂ ਨੇ ਆਪਣੇ ਜ਼ੀਰੋ ਜਿਹੜੇ ਲੋਕ ਸਨ ਨਾ, ਜ਼ੀਰੋ ਉਹਨਾਂ ਨੂੰ ਹੀਰੋ ਬਣਾਇਆ, ਜ਼ੀਰੋ ਲੋਕਾਂ ਨੂੰ ਹੀਰੋ ਬਣਾ ਦਿੱਤਾ। ਸਾਡੀ ਬਦਕਿਸਮਤੀ, ਸਾਡੇ ਜਿਹੜੇ ਹੀਰੋ ਸਨ ਅਸੀਂ ਉਹਨਾਂ ਨੂੰ ਜ਼ੀਰੋ ਬਣਾ ਦਿੱਤਾ ਲੋਕਾਂ ਦੇ ਸਾਹਮਣੇ। ਅੱਜ ਸਟੇਜਾਂ ਉੱਤੋਂ ਕਿਹਾ ਜਾਂਦਾ ਹੈ ਦੇਖੋ ਜੀ ਬੰਦਾ ਸਿੰਘ ਨੇ ਵਿਆਹ ਕਰਾ ਲਿਆ ਸੀ, ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸ਼ਾਦੀशुदा ਸਨ, ਵਿਆਹ ਸੀ ਉਹਨਾਂ ਦਾ। ਉਹ ਕਹਿ ਸਕਦੇ ਸੀ ਵੀ ਤੂੰ ਵਿਆਹ ਨਾ ਕਰਾਵੀਂ ਵੀ ਬੰਦਾ ਸਿਆ, ਨਹੀਂ ਤਾਂ ਤੈਨੂੰ ਬੜੇ ਜ਼ੁਲਮ ਸਹਿਣੇ ਪੈਣਗੇ। ਜਿੱਦਾਂ ਸੌਖੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਘੜੀਆਂ ਕਿੱਥੋਂ ਲੈ ਕੇ ਆਉਂਦੇ ਨੇ ਇਹ ਲੋਕ। ਇੱਕ ਕਹਾਣੀ ਘੜੀ ਗਈ। ਦੇਖੋ ਜੀ ਬੀਬੀ ਭਾਨੀ ਜੀ ਨੇ ਜਿੱਦ ਕਰ ਲਈ। ਬੀਬੀ ਜੀ ਇੱਕ ਦਿਨ ਨਵਾ ਰਹੇ ਸੀ ਗੁਰੂ ਅਮਰਦਾਸ ਮਹਾਰਾਜ ਨੂੰ, ਤੇ ਜਿਹੜੀ ਉਹ ਚੌਂਕੀ ਸੀ ਉਹਦਾ ਪਾਵਾ ਟੁੱਟ ਗਿਆ, ਪਾਵੇ ਦੇ ਹੇਠਾਂ ਦਾ ਪੈਰ ਆ ਗਿਆ, ਪੈਰ ਲਹੂ ਲੁਹਾਨ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਕਾਕੀ ਤੂੰ ਬੜੀ ਮੇਰੀ ਸੇਵਾ ਕੀਤੀ, ਦੱਸ ਕੀ ਮੰਗਣਾ ਹੈ। ਤੇ ਅੱਗੋਂ ਨੇ ਕਿਹਾ ਜੀ ਮਹਾਰਾਜ ਮੈਂ ਕਹਿੰਦੀ ਆ ਵੀ ਗੁਰਤਾ ਗਦੀ ਮੇਰੇ ਘਰ ਵਿੱਚ ਰਵੇ, ਭਾਵ ਸੋਢੀਆਂ ਵਿੱਚ ਰਵੇ। ਗੁਰੂ ਅਮਰਦਾਸ ਕਹਿਣ ਲੱਗੇ ਬੱਚੀ ਗੁਰਤਾ ਗਦੀ ਤਾਂ ਤੇਰੇ ਘਰ 'ਚ ਰਹੇਗੀ, ਪਰ ਨੁਕਸਾਨ ਬੜਾ ਹੋਣਾ ਹੈ, ਸ਼ਹੀਦੀਆਂ ਬੜੀਆਂ ਹੋਣਗੀਆਂ। ਤੇ ਕਹਿੰਦੇ ਨੇ ਉਹਨਾਂ ਨੇ ਕਿਹਾ ਜੀ ਠੀਕ ਹੈ ਸ਼ਹੀਦੀਆਂ ਅਸੀਂ ਕਰਾ ਲਵਾਂਗੇ, ਲੈ ਲਵਾਂਗੇ, ਪਰ ਮੈਂ ਗੁਰਤਾ ਗਦੀ ਸੋਢੀਆਂ ਚੋਂ ਨਹੀਂ ਜਾਣ ਦੇਣੀ। ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਇਹਦਾ ਮਤਲਬ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬੈਠੇ ਤੇ ਬੀਬੀ ਭਾਨੀ ਦੀ ਜਿੱਦ ਸੀ ਤਾਂ ਹੀ ਬੇਟੇ, ਕੋਈ ਸ਼ਹੀਦੀ ਥੋੜੀ ਸੀ। ਗੁਰੂ ਹਰਗੋਬਿੰਦ ਮਹਾਰਾਜ ਨੂੰ ਜੰਗਾਂ ਲੜਨੀਆਂ ਪਈਆਂ ਤੇ ਬੀਬੀ ਭਾਨੀ ਦੀ ਉਹ ਜਿੱਦ ਸੀ ਵੀ ਮੈਂ ਗੁਰਤਾ ਗਦੀ ਬਾਹਰ ਨਹੀਂ ਜਾਣ ਦੇਣੀ। ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੁੰਦੇ ਤੇ ਬੀਬੀ ਭਾਨੀ ਦੀ ਜਿੱਦ ਦੀ ਵਜ੍ਹਾ ਕਰਕੇ। ਇਹ ਕਹਾਣੀਆਂ ਘੜ ਕੇ ਅਸੀਂ ਆਪਣੇ ਹੀਰੋਆਂ ਨੂੰ ਜ਼ੀਰੋ ਕਰ ਦਿੱਤਾ, ਸ਼ਹੀਦੀਆਂ ਨੂੰ ਮਲੀਆ ਮੇਟ ਕਰ ਦਿੱਤਾ। ਪਹਿਲੀ ਗਲਤਫਹਿਮੀ ਦੂਰ ਕਰ ਲਓ। ਬਾਬਾ ਬੰਦਾ ਸਿੰਘ ਬਹਾਦਰ ਦਾ ਵਿਆਹ ਹੋਇਆ ਸੀ ਬੀਬੀ ਸ਼ਸ਼ੀਰ ਕੌਰ ਦੇ ਨਾਲ। ਇਹਨਾਂ ਦੀ ਕੁੱਖ ਚੋਂ ਇੱਕ ਬੱਚਾ ਪੈਦਾ ਹੋਇਆ ਜਿਹੜਾ 4 ਸਾਲ ਦੀ ਉਮਰ ਭੋਗ ਸਕਿਆ। ਉਹਦੇ ਨਾਲ ਬਾਅਦ ਵਿੱਚ ਕੀ ਹੋਇਆ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਦਾ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ, ਕਿਉਂਕਿ ਇੱਕ ਗਲਤਫਹਿਮੀ ਨਹੀਂ ਹੈ, ਗਲਤਫਹਿਮੀਆਂ ਤੇ ਗਲਤਫਹਿਮੀਆਂ ਪਾਈਆਂ ਗਈਆਂ। ਦੂਜੀ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਖਵਾਉਣਾ ਸ਼ੁਰੂ ਕਰ ਦਿੱਤਾ ਸੀ। ਮੈਨੂੰ ਤਵਾਰੀਖਾਂ ਪੜ੍ਹ ਕੇ ਦੱਸਿਓ, ਇਤਿਹਾਸ ਪੜ੍ਹ ਕੇ ਦੱਸਿਓ। ਬਾਬਾ ਬੰਦਾ ਸਿੰਘ ਬਹਾਦਰ ਨੇ 6 ਸਾਲ ਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਤੇ ਜਿਹੜੀ ਸੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿੱਤੀ ਸੀ, ਪੈਰ ਉਖਾੜ ਕੇ ਰੱਖ ਦਿੱਤੇ ਸਨ। ਕੇਵਲ 6 ਸਾਲ ਵਿੱਚ ਏਸ਼ੀਆ ਦੀ ਹਕੂਮਤ ਆਪਣੇ ਕਮਰਿਆਂ 'ਚ ਗਰਮੀ ਵਿੱਚ ਵੀ ਕੰਬਦੀ ਸੀ, ਕੰਬਲ ਲੈ ਕੇ ਪੈਂਦੀ ਸੀ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਨਾ ਆ ਜਾਵੇ। ਉਹਦੇ ਵਿਚਾਰੇ ਕੋਲ ਕਿਤੇ ਇੱਕ ਦਿਨ ਵੀ ਨਹੀਂ ਸੀ ਐਸਾ ਜਿੱਦਣ ਉਹਨੇ ਤਖਤ ਲਾਇਆ ਹੋਵੇ ਤੇ ਤਖਤ ਤੇ ਬਹਿ ਕੇ ਉਹਨੇ ਕਿਹਾ ਹੋਵੇ ਮੈਂ ਤੁਹਾਡਾ ਬਾਦਸ਼ਾਹ, ਮੈਂ ਤੁਹਾਡਾ ਗੁਰੂ। ਇੱਕ ਦਿਨ ਵੀ ਸੁੱਖ ਦੇ ਨਾਲ ਨਹੀਂ ਜਿਉਂਦਾ ਉਹਨੂੰ ਮਿਲਿਆ। ਉਹਨਾਂ ਨੇ ਗੁਰੂ ਕਿਤੇ ਨਹੀਂ ਖਵਾਇਆ। ਇਹ ਗੱਲਾਂ ਨਿਰਮੂਲ ਨੇ, ਝੂਠੀਆਂ ਨੇ। ਜਿਹੜਾ ਤਤ ਖਾਲਸਾ ਤੇ ਬੰਦਈ ਖਾਲਸਾ ਹੋਇਆ ਇਹਦਾ ਵੀ ਕੋਈ ਜ਼ਿਆਦਾ ਸਾਨੂੰ ਸਬੂਤ ਨਹੀਂ ਮਿਲਦਾ। ਮਨ ਘੜਤ ਦੀਆਂ ਗੱਲਾਂ ਨੇ, ਕਿਉਂਕਿ ਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਖੁਦ ਨੂੰ ਗੁਰੂ ਖਵਾਇਆ ਤੇ ਨਾ ਬਾਅਦ ਵਿੱਚ ਉਹਨਾਂ ਦੇ ਮੰਨਣ ਵਾਲਿਆਂ ਨੇ ਕਦੇ ਉਹਨਾਂ ਨੂੰ ਗੁਰੂ ਕਿਹਾ ਸੀ। ਇਹ ਕੁਝ ਡੇਰੇਦਾਰਾਂ ਨੇ ਆਪਣੀ ਰੋਟੀ ਫੁਲਕੇ ਵਾਸਤੇ ਤਤ ਖਾਲਸਾ ਤੇ ਬੰਦਈ ਖਾਲਸਾ ਘੜ ਦਿੱਤੇ ਸੀ, ਜਿਹੜੇ ਕਿ ਬਾਅਦ ਵਿੱਚ ਭਾਈ ਮਨੀ ਸਿੰਘ ਦੇ ਨਾਲ ਵੀ ਜੋੜੇ ਜੀ। ਸਰੋਵਰ 'ਚ 2 ਪਰਚੀਆਂ ਪਾਈਆਂ ਤੇ ਫਿਰ ਤਤ ਖਾਲਸਾ ਤੇ ਬੰਦਈ ਖਾਲਸਾ ਇਕੱਠੇ ਹੋਏ। ਇਹ ਨਿਰਮੂਲ ਗੱਲਾਂ ਨੇ, ਕੋਈ ਇਤਿਹਾਸਕ ਤੱਥ ਨਹੀਂ ਤੇ ਨਾ ਸਾਨੂੰ ਕੋਈ ਵਧੀਆ ਗਵਾਹੀ ਇਹਨਾਂ ਗੱਲਾਂ ਦੇ ਵਿੱਚੋਂ ਮਿਲਦੀ। ਹੁਣ ਅਸੀਂ ਅਗਾਂਹ ਚਲੀਏ। ਬਾਬਾ ਬੰਦਾ ਸਿੰਘ ਬਹਾਦਰ ਦਾ ਟਾਈਮ ਉਧਰ, ਕਿਉਂਕਿ ਜਿਹੜਾ ਫਰਕਸ਼ੀਅਤ ਤੋਂ ਪਹਿਲਾਂ ਬਹਾਦਰ ਸ਼ਾਹ ਸੀ ਉਹ ਵਿਚਾਰਾ ਆਪਣੀਆਂ ਲੜਾਈਆਂ ਦੇ ਵਿੱਚ ਹੀ ਮਰ ਗਿਆ। ਬਹਾਦਰ ਸ਼ਾਹ ਦੇ ਮਰਨ ਤੋਂ ਬਾਅਦ ਫਰਕਸ਼ੀਅਤ ਬੈਠਾ। ਫਰਕਸ਼ੀਅਤ ਦੇ ਕੰਨਾਂ ਵਿੱਚ ਗੱਲ ਪਾ ਦਿੱਤੀ ਗਈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰਾ ਪੰਜਾਬ ਮੰਨ ਲਿਆ ਹੈ। ਕਹਿੰਦੇ ਫਰਕਸ਼ੀਅਤ ਦੀਆਂ ਫੌਜਾਂ ਚੜੀਆਂ, ਬਾਬਾ ਬੰਦਾ ਸਿੰਘ ਦਾ ਪਿੱਛਾ ਕਰਦੀਆਂ ਕਰਦੀਆਂ ਗੁਰਦਾਸਪੁਰ ਜਾ ਪਹੁੰਚੀਆਂ। ਗੁਰਦਾਸ ਨੰਗਲ ਦੀ ਇੱਕ ਗੜੀ ਸੀ, ਇਹ ਕੋਈ ਵੱਡਾ ਕਿਲਾ ਨਹੀਂ ਸੀ ਪਰ ਸਿਰ ਲੁਕਾਊ ਠੀਕ ਸੀ। ਉਸ ਗੜੀ ਨੂੰ ਘੇਰਾ ਪਾ ਲਿਆ ਗਿਆ। ਕੁਝ ਇਤਿਹਾਸਕਾਰ ਕਹਿੰਦੇ 60,000 ਫੌਜ ਸੀ, 60,000 ਫੌਜ, ਤੇ ਸਿੰਘਾਂ ਦੀ ਗਿਣਤੀ ਕੁਝ 100 ਦੇ ਵਿੱਚ ਸੀ, 1000 ਵੀ ਨਹੀਂ ਸੀ ਸਿੱਖ, ਬਹੁਤ ਥੋੜੀ ਗਿਣਤੀ ਸੀ। ਉੱਥੇ ਤਕਰੀਬਨ 7.5 ਮਹੀਨੇ ਘੇਰਾ ਪਾਈ ਰੱਖਿਆ। ਇੱਕ ਇਤਿਹਾਸਕਾਰ, ਮੁਸਲਮਾਨ ਇਤਿਹਾਸਕਾਰ ਕਹਿੰਦਾ ਹੈ ਕਿ ਜਿਹੜੇ ਬਾਹਰ ਫੌਜੀ ਸਨ, ਜਿਨ੍ਹਾਂ ਨੂੰ ਰਾਸ਼ਨ ਪਾਣੀ ਪੂਰਾ ਫੁੱਲ ਮਿਲ ਰਿਹਾ ਸੀ,
ਉਹ ਫੌਜੀ ਨਮਾਜ਼ਾਂ ਕਰਦੇ ਸੀ, ਆਪਣੇ ਮੁੱਲਾਂ ਕਾਜ਼ੀਆਂ ਨੂੰ ਅਰਦਾਸਾਂ ਕਰਾਉਣ ਵਾਸਤੇ ਕਹਿੰਦੇ ਸੀ, ਯਾ ਖੁਦਾ ਅੱਲਾਹ ਤਾਲਾ, ਜਾਂ ਬੰਦਾ ਸਿੰਘ ਬਹਾਦਰ ਕਿਲੇ ਵਿੱਚੋਂ ਨਿਕਲ ਜਾਵੇ ਤੇ ਜਾਂ ਸਾਨੂੰ ਬਾਦਸ਼ਾਹ ਫਰਖਸ਼ੀਰ ਵਾਪਸ ਸੱਦ ਲਵੇ, ਸਾਤੋਂ ਹੋਰ ਲੜਿਆ ਨਹੀਂ ਜਾਂਦਾ। ਅੰਦਰ ਇਹ ਬਾਹਰ ਅਰਦਾਸਾਂ ਪਏ ਕਰਦੇ ਸੀ, ਡਰ ਬੜਾ ਸੀ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ। ਹੁਣ ਕਿਲੇ ਦੇ ਅੰਦਰ ਦੀ ਮੈਂ ਇੱਕ ਦਾਸਤਾਨ ਤੁਹਾਡੇ ਨਾਲ ਹਾਜ਼ਰ ਕਰਨ ਲੱਗਾ, ਬਾਕੀ 5-7 ਮਿੰਟਾਂ ਵਿੱਚ ਸਾਰੀ ਗੱਲ ਸਮਾਪਤ ਕਰਨੀ ਅਸੀਂ। ਕਿਲੇ ਦੇ ਅੰਦਰ ਦੀ ਦਾਸਤਾਨ ਇੱਕ ਵਿਦਵਾਨ ਲਿਖਦਾ ਹੈ। ਉਹ ਕਹਿੰਦੇ ਕਿਲੇ ਅੰਦਰ ਜਿਹੜੇ ਸਿੱਖ ਸਨ, ਦਾਣਾ ਪਾਣੀ ਖਤਮ ਹੋ ਚੁੱਕਾ ਸੀ, ਅੰਦਰ ਅਨਾਜ ਨਹੀਂ ਸੀ, ਅੰਦਰ ਜੋ ਫਲ ਫਰੂਟ ਜਾਂ ਕੁਝ ਹੋਰ ਸੀ ਸਿੰਘਾਂ ਨੇ ਖਾ ਲਿਆ, ਖਤਮ ਕਰ ਲਿਆ। ਉਹਦੇ ਤੋਂ ਬਾਅਦ ਸਿੰਘਾਂ ਨੇ ਦਰਖਤਾਂ ਦੇ ਜਿਹੜੇ ਪੱਤੇ ਸਨ ਉਹਨਾਂ ਨੂੰ ਚੱਬ ਚੱਬ ਕੇ ਖਾਧਾ। ਆੜਾ ਪੇਟ ਹੈ ਨਾ, ਇਹ ਬੜੀ ਖਤਰਨਾਕ ਚੀਜ਼ ਹੈ। ਸਿਆਣੇ ਕਹਿੰਦੇ ਨੇ ਮੌਤੋਂ ਭੁੱਖ ਬੁਰੀ, ਭੁੱਖ ਨੂੰ ਜਰਨਾ ਕਿਤੇ ਮਾੜੀ ਮੋਟੀ ਗੱਲ ਨਹੀਂ ਹੈ। ਸਿੰਘ ਜੇ ਮਰੇ ਤੇ ਭੁੱਖ ਦੇ ਮਰੇ, ਭੁੱਖ ਨੇ ਮਾਰਿਆ ਉਹਨਾਂ ਨੂੰ। ਪੱਤੇ ਉਹਨਾਂ ਨੇ ਖਾ ਲਏ, ਪੱਤੇ ਖਤਮ ਹੋ ਗਏ। ਜਿਹੜੇ ਦਰਖਤ ਦੇ ਸੱਕ ਸਨ, ਸੱਕਾਂ ਨੂੰ ਪੀਸ ਪੀਸ ਕੇ ਉਹਨਾਂ ਨੇ ਆਪਣੇ ਪੇਟ ਦੀ ਅੱਗ ਨੂੰ ਬੁਝਾਇਆ। ਉਹਦੇ ਤੋਂ ਬਾਅਦ ਕਿਉਂਕਿ ਕੀਮਤੀ ਜਾਨੀਆਂ ਸ਼ੁਰੂ ਹੋ ਗਈਆਂ, ਉਹਦੇ ਤੋਂ ਬਾਅਦ ਜਿਹੜੇ ਘੋੜੇ ਸਨ ਭੁੱਖ ਨਾਲ ਮਰਨ ਲੱਗ ਪਏ। ਇਤਿਹਾਸਕਾਰ ਕਹਿੰਦੇ ਨੇ ਔਰ ਗਵਾਹੀ ਦਿੰਦੇ ਨੇ ਗਿਆਨੀ ਸੋਹਣ ਸਿੰਘ ਸ਼ੀਤਲ ਵੀ ਘੋੜਿਆਂ ਨੂੰ ਵੀ ਝੜਕਾ ਕੇ ਖਾਣਾ ਪਿਆ, ਕਿਉਂਕਿ ਮਰਨ ਲੱਗੇ ਸਨ, ਮਰ ਜਾਂਦੇ ਖਤਮ, ਉਹਨਾਂ ਨੂੰ ਵੀ ਝੜਕਾ ਕੇ ਖਾਣਾ ਪਿਆ ਜਿਉਂਦੇ ਰਹਿਣ ਵਾਸਤੇ। ਇੱਕ ਇਤਿਹਾਸਕਾਰ ਘਟਨਾ ਦੱਸਦੇ, ਇੱਕ ਸਿੱਖ ਭੁੱਖ ਮਰੀ ਦਾ ਪੇਚਸ ਦਾ ਮਾਰਿਆ ਹੋਇਆ ਮਰਨ ਲੱਗਾ ਸੀ ਤੇ ਕੋਲੋਂ ਦੀ ਭਾਈ ਸਾਹਿਬ ਭਾਈ ਬਾਜ ਸਿੰਘ ਜੀ ਲੰਘੇ। ਭਾਈ ਬਾਜ ਸਿੰਘ ਦਾ ਨਾਮ ਬੜਾ ਉੱਪਰ ਇਤਿਹਾਸ ਦੇ ਵਿੱਚ, ਬਾਜ ਵਰਗਾ ਫੁਰਤੀਲਾਪਣ ਸੀ ਇਹਨਾਂ ਦੇ ਵਿੱਚ। ਜਿੱਥੇ ਚਲਾ ਜਾਂਦਾ ਸੀ ਜੰਗ ਦੇ ਵਿੱਚ ਆਸੇ ਪਾਸੇ ਲੋਕ ਖੜੇ ਨਹੀਂ ਸੀ ਹੁੰਦੇ, ਕਿਉਂਕਿ ਇੰਨਾ ਫੁਰਤੀਲਾ ਬੰਦਾ ਸੀ ਭਾਈ ਬਾਜ ਸਿੰਘ। ਭਾਈ ਸਾਹਿਬ ਭਾਈ ਬਾਜ ਸਿੰਘ ਕੋਲੋਂ ਦੀ ਲੰਘਣ ਲੱਗੇ, ਉਸ ਸਿੱਖ ਨੇ ਆਵਾਜ਼ ਮਾਰੀ, ਬਾਜ ਸਿੰਘਾ ਗੁਰੂ ਦੇ ਲਾਲਾ ਮੇਰੀ ਇੱਕ ਗੱਲ ਸੁਣੀ। ਮੈਂ ਬੇਨਤੀ ਕਰਨ ਲੱਗਾ, ਸਿੱਖਾਂ 'ਚ ਪਿਆਰ ਕਿੰਨਾ ਸੀ ਉਸ ਟਾਈਮ, ਅੱਜ ਕੀ ਨਫ਼ਰਤ ਹੀ ਨਫ਼ਰਤ ਭਰੀ ਅੱਗ ਲੱਗੀ ਪਈ। ਇੱਕ ਸਿੱਖ ਦੂਜੇ ਸਿੱਖ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ, ਇੱਕ ਸਿੱਖ ਦੂਜੇ ਸਿੱਖ ਦੀ ਲੱਤਾਂ ਖਿੱਚ ਕੇ ਹੇਠਾਂ ਸੁੱਟਦਾ ਹੈ ਵੀ ਤੂੰ ਤਾਂ ਨਾ ਚੜੀ, ਥਾਂ ਹੀ ਆ ਜਿੱਥੇ ਮੈਂ ਖੜਾ ਉੱਥੇ ਤੂੰ ਖੜ। ਉਹ ਕਹਿੰਦਾ ਬਾਜ ਸਿੰਘਾ ਦੇਖ ਗੁਰੂ ਦੇ ਲਾਲਾ ਮੈਂ ਤਾਂ ਮਰਨ ਲੱਗਾ, ਹੁਣ ਹੀ ਮਰਿਆ, ਘੜੀ ਨੂੰ ਮਰਿਆ। ਉਹ ਗੁਰੂ ਦੇ ਪਿਆਰਿਆ, ਮੈਂ ਚਾਹੁੰਦਾ ਤੁਸੀਂ ਠੀਕ ਠਾਕ ਹੋ, ਜਿਉਂਦੇ ਰਹੋ, ਤੇ ਜੇ ਤੁਸੀਂ ਜਿਉਂਦੇ ਰਹੇ ਤੇ ਇਹਨਾਂ ਦੁਸ਼ਮਣਾਂ ਦਾ, ਵੈਰੀਆਂ ਦਾ ਮੁਕਾਬਲਾ ਕਰ ਸਕਦੇ ਹੋ। ਭਾਈ ਬਾਜ ਸਿੰਘ ਨੇ ਕਿਹਾ, ਦੱਸੋ ਮੈਂ ਕੀ ਤੁਹਾਡੀ ਸੇਵਾ ਕਰ ਸਕਦਾ ਹਾਂ? ਉਹ ਕਹਿੰਦੇ ਤੁਸੀਂ ਨਹੀਂ, ਮੈਂ ਆਪਣਾ ਜਿਸਮ ਤੁਹਾਡੀ ਸੇਵਾ 'ਚ ਹਾਜ਼ਰ ਕਰਦਾ। ਮੇਰੇ ਪੱਟ ਚੀਰ ਚੀਰ ਕੇ ਮਾਸ ਕੱਢ ਕੇ ਖਾ ਲਓ ਤਾਂ ਕਿ ਤੁਸੀਂ ਜਿਉਂਦੇ ਰਹੋ ਤੇ ਇਹਨਾਂ ਵੈਰੀਆਂ ਦੇ ਨਾਲ ਹੋਰ ਮੁਕਾਬਲਾ ਕਰ ਸਕੋ। ਇੰਨਾ ਪਿਆਰ ਭਾਈ ਸਾਹਿਬ ਭਾਈ ਬਾਜ ਜੀ ਉੱਥੇ ਡਿੱਗ ਪਏ, ਉਹਨਾਂ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ। ਸਿੱਖਾਂ ਦਾ ਆਪਸ ਵਿੱਚ ਇੰਨਾ ਪਿਆਰ ਸੀ, ਇੰਨਾ ਸਨੇਹ ਸੀ, ਇੱਕ ਸਿੱਖ ਦੂਜੇ ਸਿੱਖ ਵਾਸਤੇ ਜਾਨ ਦਿੰਦਾ ਸੀ। ਇਸੇ ਗੜੀ ਵਿੱਚੋਂ ਦੋ ਧੜੇ ਹੋਏ ਨੇ, ਇੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ, ਇੱਕ ਬਾਬਾ ਬਨੋਦ ਸਿੰਘ ਦਾ, ਜਿਹੜੇ ਕਿ ਕਿਸੇ ਕਾਰਨ ਵਸ ਨਾਰਾਜ਼ ਹੋ ਕੇ ਗੜੀ ਚੋਂ ਬਾਹਰ ਨਿਕਲ ਗਏ ਸੀ। ਇਤਿਹਾਸਕਾਰ ਕਹਿੰਦੇ ਉਹ ਬਾਅਦ ਵਿੱਚ ਜਿਉਂਦੇ ਰਹੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਤਕਰੀਬਨ 7.5-8 ਮਹੀਨੇ ਘੇਰਾ ਪਾਉਣ ਤੋਂ ਬਾਅਦ ਉਹਨਾਂ ਨੂੰ ਪਕੜ ਲਿਆ ਗਿਆ। ਹੋਰ ਕਈ ਗੱਲਾਂ ਦੇ ਵਿੱਚ ਨੇ ਜਿਹੜੀਆਂ ਮੇਰੇ ਕੋਲ ਟਾਈਮ ਨਹੀਂ ਮੈਂ ਸਾਂਝੀਆਂ ਕਰ ਸਕਾਂ। ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨਾਲ ਕੇਵਲ 350 ਸਿੱਖ ਸਨ, ਕੇਵਲ, ਬਾਕੀ ਸਿੰਘ ਬਹੁਤ ਅੰਦਰ ਮਰ ਵੀ ਚੁੱਕੇ ਸੀ। ਤੇ ਜਿਹੜੀ ਫਰਖਸ਼ੀਰ ਦਾ ਰੋਜ਼ਨਾਮਾ ਸੀ, ਜਿਹੜੀ ਕਿਤਾਬ ਸੀ ਨਾ, ਉਹਦੇ 'ਚ ਇੱਕ ਗੱਲ ਲਿਖੀ ਹੋਈ, ਜਿਹੜਾ ਉਹਨਾਂ ਦੇ ਕੋਲ ਸਿੰਘਾਂ ਦੇ ਕੋਲੋਂ ਬਰਾਮਦ ਹੋਇਆ ਅੰਦਰੋਂ ਜੋ ਅਸਲਾ ਸੀ, ਐਰਾ ਵਗੈਰਾ ਕੀ ਹੋਇਆ, ਹੈਰਾਨ ਹੋਵੋਗੇ ਤੁਸੀਂ। 117 ਬੰਦੂਕਾਂ ਅੰਦਰੋਂ ਬਰਾਮਦ ਹੋਈਆਂ, ਗੋਲੀ ਇੱਕ ਵੀ ਨਹੀਂ। ਕਿੱਦਾਂ ਲੜਦੇ ਹੋ? 117 ਬੰਦੂਕਾਂ ਅੰਦਰੋਂ ਮਿਲੀਆਂ, ਗੋਲੀ ਇੱਕ ਵੀ ਨਹੀਂ। 208 ਉਹਨਾਂ ਗੁਰੂ ਦੇ ਪਿਆਰਿਆਂ ਦੇ ਕੋਲੋਂ ਤਲਵਾਰਾਂ ਮਿਲੀਆਂ, ਖੁੰਡੀਆਂ ਹੋਈਆਂ, ਜਿਹੜੀਆਂ ਲੜਨ ਯੋਗ ਹੈ ਹੀ ਨਹੀਂ ਸੀ। ਫਿਰ ਕੁਝ ਉਹਨਾਂ ਨੂੰ ਗਾਤਰੇ ਵਾਲੀਆਂ ਤਲਵਾਰਾਂ ਮਿਲੀਆਂ ਜਿਨ੍ਹਾਂ ਨਾਲ ਲੜਾਈ ਨਹੀਂ ਸੀ ਕੀਤੀ ਜਾ ਸਕਦੀ। ਉਹਨਾਂ ਨੂੰ ਭੱਥੇ ਮਿਲੇ, ਵਿੱਚ ਉਹਨਾਂ ਦੇ ਤੀਰ ਹੀ ਕੋਈ ਨਹੀਂ ਸੀ। ਤੇ ਇਤਿਹਾਸਕਾਰ ਹੈਰਾਨ ਨੇ, ਇੰਨਾ ਲੰਮਾ ਟਾਈਮ ਸਿੰਘਾਂ ਨੇ ਮੁਕਾਬਲਾ ਕਿੱਦਾਂ ਕੀਤਾ। ਦੁਨੀਆ ਦੀ ਮੇਰੇ ਖਿਆਲ 'ਚ ਇਹ ਤੋਂ ਵੱਡੀ ਕੋਈ ਜੰਗ ਤੁਹਾਨੂੰ ਸੰਸਾਰ ਦੇ ਇਤਿਹਾਸ ਵਿੱਚ ਨਹੀਂ ਮਿਲੇਗੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ, 350 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫੌਜਾਂ ਵਿੱਚ ਬੜੀ ਖੁਸ਼ੀ। ਉਹ ਸਿੰਘ ਤਾਂ ਵਿਚਾਰੇ ਭੁੱਖ ਦੇ ਮਾਰੇ ਹੋਏ ਮਰ ਗਏ, ਨਹੀਂ ਤਾਂ ਉਹਨਾਂ ਨੂੰ ਕੌਣ ਪਕੜ ਸਕਦਾ ਸੀ। ਕਹਿੰਦੇ ਜਦੋਂ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ, ਜ਼ਕਰੀਆ ਖਾਨ ਨੇ ਇੱਕ ਚਿੱਠੀ ਲਿਖੀ ਫਰਖਸ਼ੀਰ ਨੂੰ, ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜ ਲਿਆ, ਕੀ ਹੁਕਮ ਹੈ? ਫਰਖਸ਼ੀਰ ਕਹਿੰਦਾ ਜਲਦੀ ਨਾਲ ਉੱਥੇ ਮੇਰੇ ਕੋਲ ਲੈ ਕੇ ਆਓ। ਕਹਿੰਦੇ ਸਰਹੰਦ ਦੇ ਰਸਤੇ ਤੁਰੇ, ਸਰਹੰਦ ਦੇ ਕੋਲ ਜਦੋਂ ਪਹੁੰਚੇ ਤੇ ਜ਼ਕਰੀਆ ਖਾਨ ਦਾ ਇੱਕ ਅਹਿਲਕਾਰ ਸੀ ਨਾਲ ਦਾ, ਉਹਨੇ ਕਿਹਾ, ਏਦਾਂ ਖਾਨ ਬਹਾਦਰ ਅਸੀਂ ਕੀ ਮੂੰਹ ਲੈ ਕੇ ਜਾਵਾਂਗੇ ਫਰਖਸ਼ੀਰ ਦੇ ਕੋਲ? ਆਹ ਭੁੱਖ ਦੇ ਮਰੇ ਹੋਏ ਸਿੰਘ ਪਕੜੇ ਨੇ, ਉਹ ਵੀ 350।
ਸਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਅਸੀਂ ਜਰਨੈਲ ਬੰਦੇ ਭੁੱਖ ਦੇ ਮਾਰੇ ਹੋਏ ਬੰਦੇ ਨੂੰ ਨਾਲ ਲੈ ਕੇ ਜਾ ਰਹੇ ਹਾਂ, ਉਹ ਵੀ ਥੋੜੀ ਜਿਹੀ ਗਿਣਤੀ ਦੇ ਵਿੱਚ। ਕੀ ਕਰੀਏ? ਉਹ ਕਹਿੰਦੇ ਇੱਕ ਵੱਡਾ ਜਲਸਾ ਤਿਆਰ ਕੀਤਾ ਜਾਵੇ। ਹੁਕਮ ਜਾਰੀ ਕੀਤੇ ਗਏ, ਨਾਨਕ ਨਾਮ ਲੇਵਾ, ਸਿੱਖ ਬੀਬੀ ਬੱਚਾ ਜਿੱਥੇ ਮਿਲੇ ਕਤਲ ਕਰ ਦਿਓ। ਤੇ ਕਹਿੰਦੇ ਨੇ ਇੰਨੇ ਕੁ ਕਤਲ ਕੀਤੇ ਗਏ, ਇੰਨੇ ਕਤਲ ਕੀਤੇ ਗਏ ਕਿ ਕਹਿਣ ਕਥਨ ਤੋਂ ਬਾਹਰ ਜਿਨ੍ਹਾਂ ਨੂੰ ਨੌਜਵਾਨ ਨਾ ਮਿਲੇ, ਬੀਬੀਆਂ ਦੇ ਕਤਲ ਕੀਤੇ ਗਏ ਸਿਰ। ਇਰਵਨ ਕਹਿੰਦਾ, ਇਰਵਨ ਦਾ ਉਹਦੀ ਬੁੱਕਸ ਪੜ੍ਹੋ, ਉਹਦੇ ਚ ਕਹਿੰਦਾ ਬੀਬੀਆਂ ਦੇ ਸਿਰ ਵੱਢ ਕੇ ਲਿਆਂਦੇ ਗਏ, ਨੇਜਿਆਂ ਤੇ ਟੰਗ ਲਿਆ ਗਿਆ ਤੇ ਉਹਨਾਂ ਦੇ ਜੂੜੇ ਕਰ ਦਿੱਤੇ ਗਏ ਉਤੋਂ ਭੁਲੇਖਾ ਪਾਉਣ ਵਾਸਤੇ ਵੀ ਸਿੰਘ ਨੇ। ਸਿੰਘਣੀਆਂ ਨੂੰ ਸਿੰਘ ਬਣਾ ਦਿੱਤਾ ਭੁਲੇਖਾ ਪਾਉਣ ਵਾਸਤੇ। ਤੇ ਤਕਰੀਬਨ 3500 ਸਿੰਘਾਂ ਦੇ ਸਿੰਘਣੀਆਂ ਦੇ ਸਿਰ ਵੱਢ ਕੇ ਨੇਜਿਆਂ ਉੱਤੇ ਟੰਗ ਲਏ ਗਏ। ਉਹਦੇ ਤੋਂ ਪਿੱਛੇ 700 ਗੱਡਾ ਸਿੱਖਾਂ ਦੇ ਧੜਾਂ ਜਿਹੜੇ ਧੜ ਸੀ ਉਹਨਾਂ ਦਾ ਭਰ ਲਿਆ ਗਿਆ। 744 ਸਿੱਖ ਘੋੜਿਆਂ ਉੱਤੇ ਬੰਨ੍ਹ ਦਿੱਤੇ ਗਏ। ਉਹਨਾਂ ਤੋਂ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹਾਥੀ ਉੱਤੇ ਪਿੰਜਰੇ ਵਿੱਚ ਕੈਦ ਕਰਕੇ ਬੰਨ੍ਹ ਦਿੱਤਾ ਗਿਆ। ਇੱਕ ਘੋੜੇ ਦੇ ਉੱਤੇ ਬੀਬੀ ਪ੍ਰਤਾਪੋ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਘਰ ਵਿੱਚ ਰਹਿੰਦੀ ਸੀ, ਜਿਹੜੀ ਉਹਨਾਂ ਦੀ ਦਾਸੀ ਕਹੀ ਗਈ ਹੈ, ਉਹਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਪੁੱਤਰ, ਜਿਹਦੀ ਉਮਰ ਉਸ ਟਾਈਮ ਤਕਰੀਬਨ ਪੌਣੇ ਕੁ 4 ਸਾਲ ਦੀ ਸੀ, ਉਹਨੂੰ ਘੋੜੇ ਤੇ ਵਧਿਆ। ਇੱਕ ਘੋੜੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਪਤਨੀ ਬੀਬੀ ਸੁਸ਼ੀਲ ਕੌਰ ਨੂੰ ਕੈਦ ਕੀਤਾ ਗਿਆ। ਔਰ ਇਹ ਅਨੋਖਾ ਜਲੂਸ ਫਰਵਰੀ ਦੇ ਮਹੀਨੇ ਦੇ ਵਿੱਚ ਜਾ ਪਹੁੰਚਿਆ ਦਿੱਲੀ ਦੇ ਵਿੱਚ। ਫਰਖਸ਼ੀਰ ਕਹਿੰਦੇ ਅੱਗੋਂ ਆਪ ਲੈਣ ਵਾਸਤੇ ਆਇਆ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਫਰਖਸ਼ੀਰ ਨੇ ਸਵਾਲ ਕੀਤੇ। ਉਹ ਕਹਿੰਦੇ ਦੱਸੋ, ਦੀਨ ਇਸਲਾਮ ਜਾਂ ਮੌਤ? ਬਾਬਾ ਬੰਦਾ ਸਿੰਘ ਬਹਾਦਰ ਕਹਿਣਗੇ ਮੌਤ ਕਬੂਲ ਹੈ, ਦੀਨ ਇਸਲਾਮ ਨਹੀਂ। ਇੱਕ ਵਿਦਵਾਨ ਕਹਿੰਦੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਵੱਲ ਵੇਖ ਵੇਖ ਕੇ ਕਹਿੰਦੇ ਸੀ, ਕਿਉਂ ਤੁਸੀਂ ਤੇ ਬਾਦਸ਼ਾਹ ਹੁੰਦੇ ਸੀ, ਅੱਜ ਕਿੱਦਾਂ ਪਕੜੇ ਗਏ? ਤੇ ਕਹਿੰਦੇ ਸੀ ਅੱਗੋਂ ਪੇਟ ਤੇ ਹੱਥ ਲਾ ਕੇ ਤੇ ਮੱਥੇ ਨੂੰ ਹੱਥ ਲਾ ਕੇ ਕਹਿੰਦੇ ਸੀ, ਇੱਕ ਭੁੱਖ ਦੇ ਮਾਰੇ ਪਕੜੇ ਗਏ ਤੇ ਬਾਕੀ ਰੱਬ ਦਾ ਭਾਣਾ ਹੈ, ਨਹੀਂ ਤਾਂ ਤੁਸੀਂ ਜਾਣਦੇ ਹੋ ਸਾਡੀ ਤਲਵਾਰ ਕਿੱਦਾਂ ਚੱਲਦੀ ਹੈ। ਰੋਜ਼ਾਨਾ, ਕਿਉਂਕਿ ਫਰਖਸ਼ੀਰ ਦੇ ਹੁਕਮ ਦੇ ਨਾਲ ਇਹ ਤਿੰਨਾਂ ਹਿੱਸਿਆਂ ਦੇ ਵਿੱਚ ਵੰਡੇ ਗਏ ਸੀ ਜਿਹੜੇ ਕੈਦੀ ਸੀ। ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਤਕਰੀਬਨ 25-26 ਜਿਹੜੇ ਜਰਨੈਲ ਸੀ, ਉਹਨਾਂ ਨੂੰ ਹੋਰ ਕਿਲੇ ਵਿੱਚ ਕੈਦ ਕੀਤਾ ਗਿਆ। ਸਲੀਮਗੜ੍ਹ ਕਿਲਾ ਸੀ, ਉਹ 'ਚ ਕੈਦ ਕੀਤਾ ਗਿਆ। ਜਿਹੜੇ 740 ਸਿੱਖ ਸੀ, ਉਹਨਾਂ ਨੂੰ ਇੱਕ ਤਰਪੋਲੀ ਦੀਆਂ ਪਹਾੜੀਆਂ ਸੀ, ਉਹਦੇ 'ਚ ਕੈਦ ਕੀਤਾ ਗਿਆ। ਬੀਬੀ ਸੁਸ਼ੀਲ ਕੌਰ, ਬੀਬੀ ਪ੍ਰਤਾਪੋ ਤੇ ਕਾਕਾ ਅਜੈ ਸਿੰਘ, ਉਸ ਨੂੰ ਦਰਬਾਰੀ ਖਾਨੇ ਦੇ ਵਿੱਚ ਕੈਦ ਕੀਤਾ ਗਿਆ। ਮਾਰਚ ਮਹੀਨੇ ਦੇ ਵਿੱਚ ਇਹ ਕਤਲੇਆਮ ਆਰੰਭ ਹੋਈ। 100 ਸਿੰਘ ਰੋਜ਼ਾਨਾ ਸ਼ਹੀਦ ਕੀਤਾ ਜਾਣ ਲੱਗ ਪਿਆ। ਇਹਦੇ ਬਾਰੇ ਤੁਸੀਂ ਸੁਣਿਆ ਹੋਵੇਗਾ, ਇੱਕ ਬੱਚੇ ਦੀ ਸਾਖੀ ਬੜੀ ਮਸ਼ਹੂਰ ਹੈ ਫਰਖਸ਼ੀਰ ਦੇ ਰਾਜ ਦੇ ਵਿੱਚ, ਕਿ ਇੱਕ ਨੌਜਵਾਨ ਪਕੜਿਆ ਗਿਆ ਸੀ। ਜਿੱਦਣ ਫੜਿਆ ਗਿਆ ਸੀ ਉਦੋਂ ਉਹ ਡੋਲਾ ਲੈ ਕੇ ਆਇਆ ਸੀ, ਆਪਣੀ ਪਤਨੀ ਦਾ ਵਿਆਹ ਸੀ ਉਹਦਾ, ਤੇ ਅਜੇ ਡੋਲਾ ਘਰ ਰੱਖਿਆ ਨਹੀਂ ਸੀ ਕਿ ਉਹਨੂੰ ਫੜ ਲਿਆ ਗਿਆ ਸੀ। ਤੇ ਜਦੋਂ ਉਹਦੀ ਮਾਂ ਨੂੰ ਪਤਾ ਲੱਗਾ ਤੇ ਫਰਖਸ਼ੀਰ ਦੇ ਦਰਬਾਰ ਵਿੱਚ ਗਈ ਸੀ। ਉਹਨੇ ਜਾ ਕੇ ਆਖਿਆ ਸੀ ਮੇਰਾ ਪੁੱਤ ਸਿੱਖ ਨਹੀਂ ਹੈ, ਇਹ ਭੁਲੇਖੇ ਨਾਲ ਫੜਿਆ ਗਿਆ। ਤੇ ਫਰਖਸ਼ੀਰ ਨੇ ਇੱਕ ਚਿੱਠੀ ਜਾਰੀ ਕੀਤੀ ਸੀ, ਜੇ ਕਾਕਾ ਕਹਿ ਦਵੇ ਵੀ ਮੈਂ ਸਿੱਖ ਨਹੀਂ ਛੱਡ ਦਿਓ। ਕਹਿੰਦੇ ਮਾਂ ਰੋਂਦੀ ਧੋਂਦੀ ਪਹੁੰਚੀ। ਜਦੋਂ ਜਾ ਕੇ ਪਹੁੰਚੀ ਤੇ ਅਜੇ ਜਲਾਦ ਤਲਵਾਰ ਫੜੀ ਉਹਦਾ ਸਿਰ ਵੱਢ ਲੱਗਾ ਸੀ। ਕਹਿਣ ਲੱਗੀ, ਵੇਖ ਲਾਦਾ ਮੇਰਾ ਕਾਕਾ ਸਿੱਖ ਨਹੀਂ, ਇਹਨੂੰ ਛੱਡ ਦੇ। ਬੱਚੇ ਨੇ ਮੁੜ ਕੇ ਵੇਖਿਆ, ਕਹਿੰਦਾ ਕੌਣ ਹੈ? ਇਹ ਤਾਂ ਮੇਰੀ ਮਾਂ ਹੀ ਨਹੀਂ ਹੈ, ਮੈਂ ਤਾਂ ਗੁਰੂ ਦਾ ਸਿੱਖ ਹਾਂ। ਜਿੱਥੇ ਮੇਰੇ ਪਹਿਲੇ ਵੀਰ ਸ਼ਹੀਦੀਆਂ ਦਾ ਜਾਮ ਪੀ ਗਏ, ਮੈਂ ਵੀ ਸ਼ਹਾਦਤ ਦਾ ਜਾਮ ਪੀਣਾ ਚਾਹੁੰਦਾ, ਜਲਦੀ ਨਾਲ ਮੈਨੂੰ ਸ਼ਹੀਦ ਕਰੋ। ਬਥੇਰੀ ਮਾਂ ਰੋਈ, ਬਹੁਤ ਕੁਛ ਹਾਲ ਪਾਰਿਆ ਉਹਨੇ ਬਚਾਈ। ਉਸ ਸਿੱਖ ਨੇ ਕਿਹਾ, ਮੈਂ ਗੁਰੂ ਦਾ ਸਿੱਖ ਹਾਂ। ਅੱਜ ਤਾਂ ਮੈਂ ਕਹਾਂਗਾ ਲੋੜ ਹੀ ਨਹੀਂ ਹੈ ਕਿਸੇ ਤਲਵਾਰ ਦੀ, ਕੁਛ ਕਰਨ ਦੀ। ਸਿੱਖ ਆਪਣੇ ਆਪ ਹੀ ਕਹੀ ਜਾ ਰਹੇ ਨੇ, ਅਸੀਂ ਨਹੀਂ ਸਿੱਖ, ਅਸੀਂ ਨਹੀਂ ਮੰਨਦੇ ਗੁਰਬਾਣੀ ਨੂੰ, ਅਸੀਂ ਨਹੀਂ ਇਤਿਹਾਸ ਨੂੰ ਮੰਨਦੇ, ਅਸੀਂ ਨਹੀਂ ਕਲਗੀਆਂ ਵਾਲੇ ਦੇ ਵਾਰਸ, ਅਸੀਂ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ। ਰੋਜ਼ ਕੋਤਵਾਲੀ ਜਿੱਥੇ ਪਬਲਿਕ ਲਾਇਬ੍ਰੇਰੀ ਹੈ ਦਿੱਲੀ ਦੀ, ਉੱਥੇ 100 ਕਰਕੇ ਸਿੰਘ ਸ਼ਹੀਦ ਕੀਤਾ ਜਾਣ ਲੱਗ ਪਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ 9 ਜੂਨ ਨੂੰ। 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਉੱਥੇ ਲਿਆਂਦਾ ਗਿਆ ਜਿੱਥੇ ਕਿਸੇ ਟਾਈਮ ਬਾਅਦ ਬਹਾਦਰ ਸ਼ਾਹ ਬਾਦਸ਼ਾਹ ਨੂੰ ਦਫਨਾਇਆ ਗਿਆ ਸੀ, ਕੁਤਬ ਮੀਨਾਰ ਦੇ ਕੋਲ। ਉੱਥੇ ਲਿਆਂਦਾ ਗਿਆ। ਉੱਥੇ ਲਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਫਿਰ ਉਹੀ ਤਜਵੀਜ਼ ਆਈ, ਕੀ ਚਾਹੁੰਦੇ ਹੋ, ਦੀਨ ਇਸਲਾਮ ਜਾਂ ਮੌਤ? ਉਹ ਕਹਿੰਦੇ ਕਿ ਮੌਤ ਕਬੂਲ ਹੈ, ਦੀਨ ਇਸਲਾਮ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਸਾਥੀ ਸਨ 26 ਜਰਨੈਲ, ਉਹਨਾਂ ਦੇ ਕਤਲ ਕਰਕੇ ਉਹਨਾਂ ਦੇ ਸਿਰ ਨੇਜਾਂ ਤੇ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਆਸੇ-ਪਾਸੇ ਵਾੜ ਲਾ ਦਿੱਤੀ ਗਈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨਾ ਡੋਲੇ ਨਾ ਘਬਰਾਏ, ਕਹਿੰਦੇ ਨੇ ਉਹਨਾਂ ਦਾ ਪੌਣੇ 4 ਸਾਲ ਦਾ ਬੱਚਾ ਬਾਬਾ ਅਜੈ ਸਿੰਘ ਮੰਗਵਾਇਆ ਗਿਆ, ਉਹਨਾਂ ਦੀ ਗੋਦੀ ਵਿੱਚ ਸੁੱਟ ਦਿੱਤਾ ਗਿਆ। ਸਿਰਫ 2 ਮਿੰਟ ਮੈਂ ਤੁਹਾਡੇ ਲੈਣੇ ਨੇ, ਆਪਣਾ ਧਿਆਨ ਉੱਥੇ ਲੈ ਜਾਓ। ਹੁਣ ਦੇਖੋ ਕੀ ਸੀ ਉਹ ਨਜ਼ਾਰਾ। ਜਦੋਂ ਬੱਚਾ ਆਇਆ, ਆਸੇ-ਪਾਸੇ ਲੋਥਾਂ ਹੀ ਲੋਥਾਂ ਪਈਆਂ ਹੋਈਆਂ ਸਨ, ਖੂਨ ਹੀ ਖੂਨ ਸੀ। ਪਰ ਬੱਚੇ ਨੇ ਆਉਂਦਿਆਂ ਸਾਰ ਆਪਣੇ ਪਿਤਾ, ਕਿੰਨਿਆਂ ਮਹੀਨਿਆਂ ਬਾਅਦ ਜਾ ਕੇ ਪਿਤਾ ਤੇ ਪੁੱਤਰ ਦਾ ਮਿਲਾਪ ਹੋਇਆ, ਘੁੱਟ ਕੇ ਜੱਫੀ ਪਾਈ। ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਜਿਹੜੇ ਸੀ ਉਹ
ਨੀੜੇ ਹੋਏ ਸਨ, ਜੂੜਿਆ ਹੋਇਆ ਸੀ ਸੰਗਲਾਂ ਨਾਲ। ਆਪਣੇ ਪੁੱਤਰ ਦਾ ਮੱਥਾ ਚੁੰਮਿਆ ਪਰ ਪਿਆਰ ਹੱਥ ਨਾਲ ਨਾ ਬੰਦਾ ਸਿੰਘ ਦੇ ਸਕਿਆ। ਬਾਬਾ ਜੀ ਨੂੰ ਘੁੱਟ ਕੇ ਬੱਚੇ ਨੇ ਜੱਫੀ ਪਾਈ, ਗੋਦ ਵਿੱਚ ਬੈਠਾ ਆਪਣੇ ਆਪ ਨੂੰ ਬੱਚਾ ਸੁਰੱਖਿਅਤ ਸਮਝਦਾ ਹੈ। ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਨਾ, ਸਾਡੇ ਬੱਚੇ ਮਾਂ ਦੀ ਗੋਦ ਵਿੱਚ, ਪਿਓ ਦੀ ਗੋਦ 'ਚ ਚਲੇ ਜਾਣ, ਉਹਨਾਂ ਦੇ ਸਾਰੇ ਡਰ ਖਤਮ ਹੋ ਜਾਂਦੇ ਨੇ। ਤੇ ਕਿੰਨਾ ਉਹਨੇ ਆਪਣੇ ਆਪ ਨੂੰ ਸੁਰੱਖਿਅਤ ਸਮਝਿਆ ਹੋਵੇਗਾ। ਕਹਿੰਦੇ ਨੇ ਫਰਕਸ਼ੀਰ ਨੇ ਜਲਾਦ ਨੂੰ ਇਸ਼ਾਰਾ ਕੀਤਾ। ਜਲਾਦ ਨੇ ਕਿਹਾ, ਇਹ ਫੜ ਬੰਦਾ ਸਿੰਘ। ਉਹ ਦਿੱਤਾ, ਹਥਿਆਰ ਦਿੱਤਾ, ਕੋਈ ਚਾਕੂ ਜਾਂ ਕੁਝ ਹੋਰ। ਕਹਿੰਦੇ ਆਪਣੇ ਹੱਥਾਂ ਦੇ ਨਾਲ ਆਪਣੇ ਬੱਚੇ ਦਾ ਸੀਨਾ ਜਿਵਾ ਕਰ, ਬੱਚੇ ਨੂੰ ਮਾਰ, ਖਤਮ ਕਰ। ਬੰਦਾ ਸਿੰਘ ਦਾ ਅਗਲਾ ਸਵਾਲ ਸੀ, ਉਹ ਕਹਿੰਦੇ ਜਿਹੜੇ ਮੈਂ ਬਾਪੂ ਨੂੰ ਆਪਣਾ ਗੁਰੂ ਧਾਰਿਆ ਹੈ, ਉਹਦੀ ਮੈਨੂੰ ਸਿੱਖਿਆ ਹੈ, ਮੈਂ ਮਜਲੂਮ ਤੇ ਮਸਲੂਮ ਉਤੇ ਵਾਰ ਨਹੀਂ ਕਰਦਾ। ਇਹ ਤਾਂ ਮੇਰੀ ਗੋਦੀ 'ਚ ਮੇਰਾ ਪੁੱਤਰ ਪਿਆ ਹੈ ਨਾ। ਫਰਕਸ਼ੀਰ, ਜੇ ਮੇਰੀ ਗੋਦੀ 'ਚ ਤੇਰਾ ਵੀ ਮੁੰਡਾ ਪਿਆ ਹੁੰਦਾ, ਤੇਰਾ ਵੀ ਪੁੱਤ ਪਿਆ ਹੁੰਦਾ, ਓਏ ਮੂਰਖਾ, ਮੈਂ ਉਹਦੇ ਉੱਤੇ ਬਣਾ ਵਾਰ ਕਰਦਾ। ਮੇਰੇ ਗੁਰੂ ਨੇ ਕਿਹਾ ਮਜਲੂਮ ਤੇ ਮਸਲੂਮ ਤੇ ਸਿੰਘ ਕਦੇ ਵਾਰ ਨਹੀਂ ਕਰਦਾ, ਕਰੈਕਟਰ ਸੀ ਸਿੱਖਾਂ ਦਾ। ਕਹਿੰਦੇ ਇੱਕ ਇਸ਼ਾਰਾ ਕੀਤਾ ਗਿਆ, ਜਲਾਦ ਨੇ ਮਾਰਿਆ ਛੁਰਾ। ਬਾਬਾ ਅਜੈ ਸਿੰਘ 4 ਸਾਲ ਦਾ ਸੀ, ਤੜਫਦਾ ਤੜਫਦਾ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਸੀ, ਆਪਣੇ ਪ੍ਰਾਣ ਛੱਡ ਗਿਆ। ਕਈ ਟੋਟੇ ਕਰ ਦਿੱਤੇ ਗਏ, ਸੀਨਾ ਚੀਰ ਦਿੱਤਾ ਗਿਆ ਬੱਚੇ ਦਾ। ਦਿਲ ਹੱਥ ਨਾਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁਨਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ, ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਕਾਹਦਾ ਤੁਹਾਨੂੰ ਆਸਾਰ ਹੈ। ਤੁਹਾਡੇ ਮਨ ਭਰੇ ਹੋਣੇ ਚਾਹੀਦੇ ਨੇ ਵੀ ਇਹ ਜਿਹੜਾ ਇਤਿਹਾਸ ਹੈ, ਤਵਾਰੀਖ ਹੈ, ਇਹ ਇੰਨੀ ਖੂਨੀ ਤਵਾਰੀਖ ਹੈ ਵੀ ਬੰਦੇ ਦਾ ਦਿਲ ਨਿਕਲ ਕੇ ਬਾਹਰ ਜਾਣਾ ਚਾਹੀਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਖੂਨ ਜਿਹੜਾ ਸੀ ਉਹ ਅੱਖਾਂ ਤੇ ਮਲ ਦਿੱਤਾ ਗਿਆ, ਮੂੰਹ ਤੇ ਮਲ ਦਿੱਤਾ ਗਿਆ। ਤੇ ਫਰਕਸ਼ੀਰ ਨੇ ਅੱਗੋਂ ਇੱਕ ਗੱਲ ਕਹੀ, ਕਹਿੰਦੇ ਬੰਦਾ ਸਿਆਂ ਕਿੱਦਾਂ ਲੱਗਦਾ ਹੈ, ਅੰਤੜੀਆਂ ਸਿਉਂ ਕੇ ਗਲ 'ਚ ਪਾਤੀਆਂ ਬੱਚੇ ਦੀਆਂ, ਕਿੱਦਾਂ ਲੱਗਦਾ ਹੈ। ਤੇ ਫਰਕਸ਼ੀਰ ਨੂੰ ਬਾਬਾ ਜੀ ਨੇ ਕਿਹਾ ਸੀ, ਫਰਕਸ਼ੀਰ ਇੱਕ ਕਰਜ਼ਾ ਰਹਿੰਦਾ ਸੀ, ਉਹ ਵੀ ਲਾ ਦਿੱਤਾ ਹੈ। ਮੇਰੇ ਬਾਪੂ ਨੇ 4 ਵਾਰੇ ਸੀ, ਮੈਂ ਅੱਜ ਇੱਕ ਵਾਰ ਦਿੱਤਾ, ਉਹ ਵੀ ਕਰਜ਼ਾ ਲਾ ਦਿੱਤਾ ਹੈ। ਕਹਿੰਦੇ ਨੇ ਇੱਕ ਇਸ਼ਾਰੇ ਨਾਲ ਬਾਬਾ ਜੀ ਦੀਆਂ ਦੋਨੋਂ ਅੱਖਾਂ ਕੱਢੀਆਂ ਗਈਆਂ, ਦੋਨੋਂ ਹੱਥ ਵੱਢੇ ਗਏ, ਦੋਨੋਂ ਪੈਰ ਵੱਢੇ ਗਏ। ਉਹਦੇ ਤੋਂ ਬਾਅਦ ਜੰਬੂਰਾਂ ਗਰਮ ਕਰ ਕਰਕੇ ਮਾਸ ਨੋਚਿਆ ਗਿਆ। ਕਿਤੇ ਕੁਦਰਤੀ ਕੋਈ ਸਾਡੇ ਚੁੰਡੀ ਵੱਢ ਦਵੇ ਨਾ, ਕਿੰਨੀ ਦਰਦ ਹੁੰਦੀ ਹੈ ਕਹਿ ਨਹੀਂ ਸਕਦੇ ਅਸੀਂ। ਜੰਬੂਰਾਂ ਪਲਾਸ ਵਰਗੀਆਂ ਮਾਸ ਨੋਚਿਆ ਗਿਆ ਗਰਮ ਕਰ ਕਰਕੇ। ਬਾਬਾ ਜੀ ਨੇ ਸੀ ਤੱਕ ਨਾ ਕੀਤੀ, ਕੁਛ ਬੋਲੇ ਤੱਕ ਨਾ, ਗੁਰੂ ਦੇ ਭਾਣੇ ਵਿੱਚ ਰਹੇ। ਆਖਰਕਾਰ ਗੁੱਸੇ ਵਿੱਚ ਆਏ ਜਲਾਦ ਨੇ ਉਹਨਾਂ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਇਸ ਤਰ੍ਹਾਂ ਸ਼ਹੀਦੀ ਹੋਈ। ਪਰ ਉਹਦੇ ਤੋਂ ਬਾਅਦ ਵੀ ਸਿੱਖ ਰਾਜ ਕਾਇਮ ਹੋਇਆ, ਸਿੰਘਾਂ ਦੇ ਨਾਮ ਦੇ ਜਕਾਰੇ ਲੱਗੇ। ਭਾਈ ਗੁਰਮੁਖ ਪਿਆਰਿਓ, ਬੜੀਆਂ ਸ਼ਹਾਦਤਾਂ ਹੋਈਆਂ ਨੇ ਸਾਡੇ ਇਤਿਹਾਸ ਵਿੱਚ। ਅਜੇ ਵੀ ਬਹੁਤ ਘਟਨਾਵਾਂ ਐਸੀਆਂ ਸਨ ਇਹਦੇ ਵਿੱਚ ਜਿਹੜੀਆਂ ਮੈਂ ਨੋਟ ਕੀਤੀਆਂ ਸੀ ਕਿ ਤੁਹਾਡੇ ਨਾਲ ਸ਼ੇਅਰ ਕਰਦਾ, ਪਰ ਉਹ ਰਹਿ ਗਈਆਂ ਨੇ। ਕਿਤੇ ਫਿਰ ਵਾਹਿਗੁਰੂ ਨੇ ਟਾਈਮ ਦਿੱਤਾ ਤੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗਾ। ਲੇਕਿਨ ਅਖੀਰ 'ਚ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ, ਅੱਜ ਦੇ ਸਾਡੇ ਬੇਸ਼ਰਮ ਬੇਗੈਰਤ ਆਗੂਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਸਿੱਖਿਆ ਲੈਣੀ ਚਾਹੀਦੀ। ਜਿਹੜੇ ਤਖਤ ਤੇ ਬਹਿ ਕੇ ਪੁੱਠੇ ਸਿੱਧੇ ਹੁਕਮਨਾਮੇ ਜਾਰੀ ਕਰਦੇ ਨੇ, ਕੌਮ ਨੂੰ ਦੁਫਾੜ ਪਏ ਕਰਦੇ ਨੇ, ਕੌਮ ਜਿਨ੍ਹਾਂ ਨੇ ਵੰਡ ਕੇ ਰੱਖ ਦਿੱਤੀ ਹੈ, ਤੇ ਜਿਹੜੇ ਰਾਜਨੀਤਿਕ ਲੋਕਾਂ ਦੀਆਂ ਜੇਬਾਂ 'ਚੋਂ ਨਿਕਲਦੇ ਨੇ, ਉਹਨਾਂ ਦੀਆਂ ਜੇਬਾਂ ਵਿੱਚ ਵੜ ਜਾਂਦੇ ਨੇ, ਜਿਨ੍ਹਾਂ ਦੀ ਅਣਖ ਇੱਜ਼ਤ ਗੈਰਤ ਕੋਈ ਨਹੀਂ। ਗੁਰੂ ਦੇ ਨਾਮ ਤੇ ਗੋਗੜਾਂ ਵਧਾਉਣ ਵਾਲੇ ਇਹ ਜਥੇਦਾਰ ਜਿਹੜੇ ਨੇ, ਜਿਨ੍ਹਾਂ ਨੇ ਸਾਡੀ ਕੌਮ ਦਾ ਬੇੜਾ ਗਰਕ ਕੀਤਾ ਹੋਇਆ ਹੈ, ਇਹ ਸਿੱਖਿਆ ਲੈਣ ਉਹਨਾਂ ਜਰਨੈਲਾਂ ਤੋਂ, ਉਹਨਾਂ ਗੁਰੂ ਦੇ ਪਿਆਰਿਆਂ ਤੋਂ, ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕੀਤਾ ਤੇ ਗੁਰੂ ਵਾਸਤੇ ਸਾਰਾ ਕੁਝ ਨਿਸ਼ਾਵਰ ਕਰਕੇ ਸਾਨੂੰ ਸਰਦਾਰੀਆਂ ਦੇ ਕੇ ਗਏ। ਇਤਨੀਆਂ ਬੇਨਤੀਆਂ ਸਵੀਕਾਰ ਕਰਿਓ। ਮੈਂ ਧੰਨਵਾਦ ਕਰਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸਮੂਹ ਸਾਧ ਸੰਗਤ ਦਾ, ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਟਾਈਮ ਦਿੱਤਾ ਮੈਨੂੰ। ਔਰ ਤੁਹਾਡੇ ਚਰਨਾਂ ਦੇ ਵਿੱਚ ਮੈਂ 4 ਵਾਰ ਦੀਵਾਨ ਵਿੱਚ ਹਾਜ਼ਰ ਹੋਇਆ ਹਾਂ। ਸੋ ਅੱਜ ਇੱਥੇ ਸਮਾਪਤੀ ਹੈ। ਫਿਰ ਕਿਤੇ ਜ਼ਿੰਦਗੀ ਦਾ ਟਾਈਮ ਹੋਇਆ ਤੁਹਾਡੇ ਦਰਸ਼ਨ ਜ਼ਰੂਰ ਕਰਾਂਗੇ। ਭੁੱਲ ਚੁੱਕ ਦੀ ਖਿਮਾ, ਬੱਚਾ ਜਾਣ ਕੇ ਆਸ਼ੀਰਵਾਦ ਦਿਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।